ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰਉ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ। ਅੱਜ ਨਿਰਪ ਇੰਦਮਤੀ, ਬ੍ਰਹੋ ਭਾਰੀ। ਰੋਵਤ ਭਿਖਿਆ ਖਾਏ ਆਹਾਰੀ। ਜਗ ਮਹਿ ਗਿਆਨ ਦ੍ਰਿਸ਼ਟ ਸੁਖ ਹੋਈ। ਨਾਤੁਰ ਦੁਖੀ ਰਹਿਤ ਸਭ ਕੋਈ। ਅੱਜ ਨਿਰਪ ਇੰਦਮਤੀ, ਬ੍ਰਹੋ ਭਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਮਹਾਰਾਜ ਨੇ ਸਮੇਂ ਸਮੇਂ ਅਨੁਸਾਰ ਵੱਖ ਵੱਖ ਥਾਵਾਂ 'ਤੇ ਪੁੱਜ ਕੇ ਜੀਵਾਂ ਦੇ ਕਲਿਆਣ ਵਾਸਤੇ, ਜੀਵਾਂ ਦੀ ਮੁਕਤੀ ਵਾਸਤੇ, ਇਸ ਲੋਕ ਦੇ ਸੁੱਖ ਪਰਲੋਕ ਦੇ ਸੁੱਖ ਲਈ, ਜਨਮ ਮਰਨ ਤੋਂ ਰਹਿਤ ਹੋਣ ਵਾਸਤੇ, ਪਰਲੋਕ ਵਿੱਚ ਜਮਦੂਤਾਂ ਦੇ ਸੋ ਦੁੱਖਾਂ ਤੋਂ ਬਚਣ ਲਈ, ਇਸ ਸੰਸਾਰ ਵਿੱਚ ਤਨ ਤੇ ਮਨ ਦੇ ਦੁੱਖਾਂ ਤੋਂ ਬਚਣ ਵਾਸਤੇ ਬਖਸ਼ਿਸ਼ਾਂ ਕੀਤੀਆਂ ਹਨ। ਤੋ ਸਾਹਿਬ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਪਵਿੱਤਰ ਤੁਰਖੀ ਬਾਣੀ ਦੇ ਵਿੱਚ ਇਹ ਹਜ਼ੂਰ ਨੇ ਸਿਧਾਂਤ ਪ੍ਰਗਟ ਕੀਤਾ, ਨਾਨਕ ਦੁਖੀਆ ਸਭ ਸੰਸਾਰ, ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਸ ਸ਼ਲੋਕ ਦੇ ਅੰਦਰ ਮਹਾਰਾਜ ਨੇ ਇਸ ਜਗਤ ਦੇ ਵੱਡੇ ਵੱਡੇ ਲੋਕ, ਭਾਵੇਂ ਕੋਈ ਸਵਰਗ ਦਾ ਰਾਜਾ ਇੰਦਰ ਸੀ, ਭਾਵੇਂ ਅਵਤਾਰ ਲੋਕ ਇਸ ਧਰਤੀ ਮਾਤ ਲੋਕ 'ਤੇ ਆਏ, ਰਾਜੇ ਮਹਾਰਾਜੇ ਆਏ, ਪਰ ਸਤਿਗੁਰਾਂ ਨੇ ਦਰਸਾਇਆ ਕਿ ਇਸ ਦੁਨੀਆ 'ਚ ਆ ਕਰਕੇ ਸਭ ਨੂੰ ਦੁੱਖ ਵੇਲੇ ਰੋਣਾ ਪਿਆ। ਇਸ ਵਾਸਤੇ ਸੰਸਾਰ ਸਾਰਾ ਹੀ ਦੁਖੀ ਹੈ। ਤੋ ਜਿਹੜਾ ਕੋਈ ਸੋ ਗੁਰੂ ਨਾਲ ਮਿਲ ਕਰਕੇ ਗੁਰਮੁਖ ਬਣ ਕੇ ਗਿਆਨ ਦੀ ਪ੍ਰਾਪਤੀ ਕਰ ਲਵੇ, ਮੰਨੇ ਨਾਉ ਸੋਈ ਜਨ ਜਾਏ, ਔਰੀ ਕਰਮ ਲਿਖੈ ਲਾਏ। ਪਰਮੇਸ਼ਵਰ ਦੇ ਨਾਮ ਨੂੰ ਮਨ ਕਰਕੇ ਉਹਦੀ ਕਮਾਈ ਕਰੇ, ਉਹ ਹੀ ਗਿਆਨਵਾਨ ਹੋ ਕਰਕੇ ਜੀਵਨ ਨੂੰ ਸਫਲ ਕਰਦਾ ਹੈ।
ਨਹੀਂ ਤਾਂ ਹੋਰ ਕੀਤੇ ਹੋਏ ਅਨੇਕਾਂ ਹੀ ਜਿਹੜੇ ਧਾਰਮਿਕ ਕਰਮ ਨੇ ਉਹ ਜੀਵ ਨੂੰ ਸੁਖੀ ਨਹੀਂ ਕਰ ਸਕਦੇ, ਕਿਉਂਕਿ ਜਦੋਂ ਜਮ ਦੇ ਮਾਰਗ ਤੇ ਤੁਰਨਾ ਪੈਂਦਾ ਹੈ ਪਰਲੋਕ ਦੇ ਵਿੱਚ, ਤਾਂ ਸ਼ੁਭ ਕਰਮ ਕੀਤੇ ਹੋਏ ਤਾਂ ਰਾਹ ਦਾ ਖਰਚਾ ਵੀ ਨਹੀਂ ਬਣਦਾ। ਜਿਸ ਤਰ੍ਹਾਂ ਦਰਸਾਇਆ ਹੈ, ਅੰਮ੍ਰਿਤ ਵੇਲੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ, ਸੁਖਮਨੀ ਸਾਹਿਬ ਦੀ ਕਥਾ ਪ੍ਰਾਰੰਭ ਹੈ। ਇੱਥੇ ਮਹਾਰਾਜ ਦਾ ਜ਼ਿਕਰ ਆਉਂਦਾ ਹੈ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਉੱਥੇ ਇਸ ਪ੍ਰਕਾਰ ਮਹਾਂਪੁਰਖਾਂ ਨੇ ਵੇਰਵਾ ਕੀਤਾ ਹੈ ਕਿ ਗਰੜ ਪੁਰਾਣ ਅਨੁਸਾਰ 80,000 ਯੋਜਨ ਜਿਹੜਾ ਹੈ ਪ੍ਰਲੋਕ ਦਾ ਰਾਹ ਦੱਸਿਆ ਹੈ, ਤੇ ਉਹਦੇ ਵਿੱਚ ਪਾਪੀ ਤੇ ਪੁੰਨੀ ਜਿਹੜੇ ਜੀਵ ਨੇ ਉਹਨਾਂ ਨੂੰ ਜਮਦੂਤ ਪਕੜ ਕਰਕੇ ਰੋਜ਼ਾਨਾ ਹੀ ਇਸ ਪ੍ਰਕਾਰ ਕੋਈ 2000 ਯੋਜਨ ਦਾ ਰਸਤਾ ਤੈਅ ਕਰਦੇ ਨੇ। 1 ਸਾਲ ਦੇ ਵਿੱਚ ਕਹਿੰਦੇ ਨੇ ਅੱਗੇ ਦਰਗਾਹ ਵਿੱਚ ਪਹੁੰਚਾਇਆ ਜਾਂਦਾ ਹੈ। ਤੇ ਉੱਥੇ ਇਸ ਪ੍ਰਕਾਰ ਬੜੇ ਭਾਰੀ ਜਿਹੜੇ ਰਸਤੇ ਦੇ ਵਿੱਚ ਦੁੱਖ ਨੇ। ਮਹਾਂ ਭਿਆਨ ਦੂਤ ਜਮ ਦਲੈ, ਕਹਿੰਦੇ ਇਸ ਪ੍ਰਕਾਰ ਜਮਦੂਤ ਜਿਹੜੇ ਉਹਨਾਂ ਦੇ ਦਲ ਨੇ, ਫੌਜਾਂ ਨੇ, ਤੇ ਦਲ ਦਿੰਦੇ ਨੇ ਸੂਖਮ ਸਰੀਰਾਂ ਦੇ, ਤਾਂ ਮਿੱਟੀ 'ਚ ਮਿਲਾ ਦਿੰਦੇ ਆ ਮਲ ਮਲ ਕੇ, ਇੱਦਾਂ ਦੁਖੀ ਕਰਦੇ। ਤੇ ਸਤਿਗੁਰੂ ਪਾਤਸ਼ਾਹ ਦਰਸਾ ਰਹੇ ਨੇ ਪਰਮੇਸ਼ਵਰ ਦਾ ਨਾਮ ਜਿਹੜਾ ਹੈ ਉਹੋ ਹੀ ਨਾਲ ਨਿਭਦਾ ਹੈ ਪਰਲੋਕ ਦੇ ਵਿੱਚ। ਹੋਰ ਕਰਮ ਜਿਹੜੇ ਨੇ ਉਹ ਲੇਖੇ 'ਚ ਨਹੀਂ ਪੈਂਦੇ, ਪ੍ਰਵਾਨਗੀ ਵਿੱਚ ਨਹੀਂ ਪੈਂਦੇ, ਜੀਵ ਦਾ ਉਧਾਰ ਨਹੀਂ ਕਰ ਸਕਦੇ। ਇਉਂ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਸ਼ਲੋਕ ਦੇ ਵਿੱਚ ਸੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰੇ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸਤ ਘਰੇ ਦੇ ਸ਼ਾਹੂਕਾਰ ਨੂੰ ਜੋ ਬਹੁਤ ਦੁਖੀ ਸੀ, ਉਸ ਨੂੰ ਮਹਾਰਾਜ ਨੇ ਇਹ ਸ਼ਬਦ ਉਚਾਰਨ ਕਰਕੇ ਦਰਸਾਇਆ, ਤੂੰ ਇਕੱਲਾ ਹੀ ਦੁਖੀ ਨਹੀਂ, ਬੜੇ ਬੜੇ ਦੁਖੀ ਹੋਏ ਨੇ, ਕਰਮਾਂ ਦਾ ਫਲ ਹੈ, ਭੋਗਣਾ ਪੈਂਦਾ ਹੈ। ਇਉਂ ਸਤਿਗੁਰੂ ਪਾਤਸ਼ਾਹ ਸਾਨੂੰ ਸਭ ਨੂੰ ਗਿਆਨ ਬਖਸ਼ ਰਹੇ ਨੇ। ਗਿਆਨਵਾਨ ਹੀ ਜਿਹੜਾ ਹੈ ਉਹੀ ਸੁਖੀ ਹੋ ਸਕਦਾ ਹੈ। ਤੋ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਤੋ ਰਾਜੇ ਇੰਦਰ ਦੀ ਕਥਾ ਜਿਹੜੀ ਹੈ ਅਤੇ ਪਰਸ਼ੁਰਾਮ ਦੀ ਕਥਾ ਦਾ ਬਿਆਨ ਹੋ ਚੁੱਕਾ ਹੈ। ਅਜੈ ਰਾਜੇ ਤੋਂ ਅੱਗੇ ਇਸ ਪ੍ਰਕਾਰ ਕਵੀ ਸੰਤੋਖ ਸਿੰਘ ਜੀ ਇਹ ਸ਼ਬਦ ਦੀ ਵਿਆਖਿਆ ਆਪਣੀ ਕਵਿਤਾ ਵਿੱਚ ਕਰ ਰਹੇ ਨੇ। ਪਿਆਰ ਪੂਰਵਕ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਪਵਿੱਤਰ ਕਰੀਏ, ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਜ ਨਿਰਪ ਇੰਦਮਤੀ ਬ੍ਰਹੋ ਭਾਰੀ। ਅੱਜ ਰਾਜਾ ਹੋਇਆ ਹੈ ਭਾਰਤ ਵਰਸ਼ ਦੇ ਵਿੱਚ, ਕਹਿੰਦੇ ਉਸ ਦੀ ਇਸ ਪ੍ਰਕਾਰ ਰਾਣੀ ਦਾ ਨਾਂ ਇੰਦੁਮਤੀ ਸੀ। ਤੋ ਇਸ ਪ੍ਰਕਾਰ ਬਹੁਤ ਪ੍ਰੇਮ ਸੀ, ਵਿਛੋੜਾ ਹੋਣ ਕਰਕੇ ਉਸ ਦਾ ਰੋਵਤ ਭਿਖਿਆ ਖਾਏ ਆਹਾਰੀ। ਇਸ ਪ੍ਰਕਾਰ ਉਸ ਨੂੰ ਉਹਦੇ ਵਿਛੋੜੇ ਕਰਕੇ ਤੇ ਇਸ ਪ੍ਰਕਾਰ ਭਿਖਿਆ ਜਿਹੜੀ ਸੀ, ਇਸ ਪ੍ਰਕਾਰ ਉਹ ਇਸ ਪ੍ਰਕਾਰ ਭੋਜਨ ਭਿਖਿਆ ਮੰਗ ਕੇ ਖਾਣਾ ਪਿਆ ਜਦੋਂ, ਤਥਾ ਇਸ ਪ੍ਰਕਾਰ ਉਸ ਵੇਲੇ ਇਸ ਨੂੰ ਰੋਣਾ ਪਿਆ ਸੀ। ਜਗ ਮਹਿ ਗਿਆਨ ਦ੍ਰਿਸ਼ਟ ਸੁਖ ਹੋਈ। ਤੋ ਇਸ ਪ੍ਰਕਾਰ ਸੰਸਾਰ ਦੇ ਵਿੱਚ ਜਿਸ ਨੂੰ ਮਾਲਿਕ ਨੇ ਗਿਆਨ ਦ੍ਰਿਸ਼ਟੀ ਬਖਸ਼ੀ ਹੈ ਸੁਖ ਉਸ ਨੂੰ ਹੁੰਦਾ ਹੈ। ਅਜ ਰਾਜਾ ਜਾਂ ਅਜੈ ਰਾਜਾ ਜਿਹੜਾ ਅਜੈ ਸਰੋਵੈ ਭੀਖਿਆ ਖਾਏ, ਇਸ ਨੇ ਇੱਕ ਪੂਰਨ ਮਹਾਂਪੁਰਸ਼ਾਂ ਨੂੰ ਲਿੱਦ ਦਾ ਦਾਨ ਕਰ ਦਿੱਤਾ ਸੀ, ਉਹ ਇਹਨੂੰ ਖਾਣਾ ਪਿਆ ਸੀ, ਮੁੜ ਕੇ ਇਸ ਪ੍ਰਕਾਰ ਰੋਣਾ ਪਿਆ ਸੀ ਉਹਦੇ ਤਾਈਂ। ਨਾਤੁਰ ਦੁਖੀ ਰਹਿਤ ਸਭ ਕੋਈ। ਬਿਨਾਂ ਗਿਆਨ ਦ੍ਰਿਸ਼ਟੀ ਤੋਂ ਸਭ ਕੋਈ ਦੁਖੀ ਹੀ ਰਹਿੰਦਾ ਹੈ। ਦੋਹਰਾ ਸੀਤਾ ਲక్ష్మణ ਵਿਛਰਨੇ ਹੋਏ। ਜਿਸ ਵੇਲੇ ਭਗਵਾਨ ਰਾਮ ਜੀ ਨੂੰ ਬਨਵਾਸ ਮਿਲਿਆ, ਸੀਤਾ ਤੇ ਲక్ష్మణ ਦਾ ਵਿਛੋੜਾ ਜਦੋਂ ਹੋਇਆ ਸੀ, ਤਬ ਰੋਏ ਤਬ ਸ੍ਰੀ ਰਾਮ। ਭਗਵਾਨ ਰਾਮ ਜੀ ਵੀ ਉਸ ਵੇਲੇ ਬਹੁਤ ਵੈਰਾਗ ਕੀਤਾ ਹੈ। ਵਿਸ਼ਨ ਆਨ ਅਵਤਾਰ ਭਾਈ ਵਿਸ਼ਨੂੰ ਜੀ ਦਾ ਜੋ ਅਵਤਾਰ ਹੋਇਆ, ਜਪਤ ਜਗਤ ਜਿਹ ਨਾਮ। ਸਾਰਾ ਸੰਸਾਰ ਜਿਸ ਦਾ ਨਾਮ ਜਪਦਾ ਹੈ। ਚੌਪਈ ਦਹਿਸਰ ਤੀਨ ਲੋਕ ਬਸ ਜਾ ਕੇ। ਕਹਿੰਦੇ ਦਹਿਸਰ ਤਿੰਨੇ ਲੋਕ ਵਸ ਕੀਤੇ ਹੋਏ ਜਿਸ ਨੇ, ਰਾਵਣ ਨੇ। ਬੰਦ ਸਾਲ ਮਹਿਕਾਲ ਸੁਤਾ ਕੇ। ਇਸ ਪ੍ਰਕਾਰ ਕਾਲ ਵੀ ਜਿਹੜਾ ਸੀ, ਜਿਹਨੇ ਸੋਨੇ ਦੀ ਉਸਾਰੀ ਲੰਕਾ ਪਾਵੇ ਨਾਲ ਕਾਲ ਬੰਨਿਆ, ਇਸ ਪ੍ਰਕਾਰ ਕਿਹਾ ਜਾਂਦਾ ਸੀ। ਕਹਿੰਦੇ ਕਾਲ ਵੀ ਜਿਸ ਨੇ ਇਸ ਪ੍ਰਕਾਰ ਆਪਣੇ ਅਧੀਨ ਕੀਤਾ ਹੋਇਆ ਸੀ। ਕੰਚਨ ਦੇਸ ਬਹੁਤ ਗ੍ਰਹਿ ਨਾਰੀ। ਸੋਨੇ ਦੀ ਇਸ ਪ੍ਰਕਾਰ ਲੰਕਾ ਸੀ,
ਬਹੁਤ ਸੁੰਦਰ ਇਹਦੀਆਂ ਰਾਣੀਆਂ ਸਨ। ਤਿੰਨ ਚੁਰਾਏ ਲਿਏ ਜਨਕ ਕੁਮਾਰੀ। ਇਸ ਪ੍ਰਕਾਰ ਜਨਕ ਦੀ ਕੁਮਾਰੀ ਸੀਤਾ ਜੀ ਨੂੰ ਚੁਰਾ ਲਿਆ ਸੀ ਰਾਵਣ ਨੇ। ਰਾਮਚੰਦ ਤਬ ਤਿਹ ਕੋ ਮਾਰਾ। ਤੇ ਰਾਮਚੰਦਰ ਭਗਵਾਨ ਜੀ ਨੇ ਜਾ ਕਰਕੇ ਉਸ ਨੂੰ ਮਾਰਿਆ ਸੀ ਜਿਸ ਵੇਲੇ। ਗਿਰਿਓ ਰੋਏ ਕੈ ਜੁਧ ਮਝਾਰਾ। ਮੈਦਾਨੇ ਜੰਗ ਵਿੱਚ ਫਿਰ ਜਿਸ ਵੇਲੇ ਸੋ ਇਸ ਪ੍ਰਕਾਰ ਮਰਨ ਲੱਗਾ ਰੋਇਆ ਸੀ। ਇਸ ਪ੍ਰਕਾਰ ਜਦੋਂ ਡਿੱਗਿਆ ਸੀ ਜੰਗ ਵਿੱਚ। ਕੰਚਨਪੁਰ ਕੋ ਪਤ ਅਸ ਰਾਵਣ। ਤੇ ਕਹਿੰਦਾ ਇਹੋ ਜਿਹਾ ਰਾਵਣ ਸੀ, ਸੋਨੇ ਦੀ ਲੰਕਾ ਦਾ ਰਾਜਾ ਸੀ ਜਿਹੜਾ। ਰੰਚਕ ਮਿਲਿਓ ਨਾ ਮੁਖ ਹਿਤ ਪਾਵਨ। ਤੇ ਮਰਨ ਲੱਗੇ ਦੇ ਮੂੰਹ 'ਚ ਇੱਕ ਰੱਤੀ ਸੋਨਾ ਵੀ ਨਹੀਂ ਮਿਲਿਆ ਮੂੰਹ 'ਚ ਪਾਉਣ ਲਈ। ਬਲੀ ਸਮਰੱਥ ਸਕਲ ਪ੍ਰਕਾਰਾ। ਸਭ ਤਰੀਕਿਆਂ ਨਾਲ ਬਲੀ ਸੀ, ਬੜਾ ਸਮਰੱਥ ਸੀ ਉਹ। ਉਪਜੇ ਇਸ ਜਗ ਬੀਚ ਅਪਾਰਾ। ਇਹੋ ਜਿਹੇ ਸੰਸਾਰ ਵਿੱਚ ਜੋ ਪੈਦਾ ਹੋਏ ਹਨ, ਬਿਨਾ ਗਿਆਨ ਦੁਖ ਪਾਏ ਕਨੇਰਾ। ਅਈ ਗਿਆਨ ਤੋਂ ਬਿਨਾ ਸੋ ਦੁੱਖ ਹੀ ਭੋਗਣਾ ਪਿਆ ਉਹਨਾਂ ਦੇ ਤਾਈਂ। ਕਰ ਗੇ ਕੂਚ ਨਾ ਲਾਗੀ ਦੇਰਾ। ਜਦੋਂ ਸੰਸਾਰ ਤੋਂ ਕੋਈ ਦੇਰ ਨਹੀਂ ਲੱਗੀ ਕੂਚ ਕਰ ਗਏ, ਇੱਥੋਂ ਰੋਂਦੇ ਗਏ ਹਨ। ਦੋਹਰਾ ਮਹਿਖਾ ਸੁਰ ਮਦ ਮਰਦਨੀ। ਸੋ ਕਵੀ ਜੀ ਸੋ ਅਗਲਾ ਪ੍ਰਸੰਗ ਸ਼ੁਰੂ ਕਰਦੇ ਹਨ ਇਸ ਪ੍ਰਕਾਰ। ਅਤੇ ਆਦਿ ਸ਼ਕਤੀ ਜੋ ਹੈ ਸਰਸਤੀ ਜਾਂ ਆਪਾਂ ਬਾਣੀ ਕਹਿੰਦੇ ਹਾਂ, ਉਸ ਦਾ ਮੰਗਲਾਚਰਨ ਕਰਦੇ ਹਨ ਕਿ ਮਹਿਖੋਸਰ ਮਰਦਨੀ। ਕਹਿੰਦੇ ਮਹਿਖਾਸੁਰ ਦੈਂਤ ਜਿਹੜਾ ਸੀ ਉਸ ਦਾ ਮਦ ਹੰਕਾਰ ਨੂੰ ਮਲ ਦੇਣ ਵਾਲੀ ਹੈ ਸ਼ਕਤੀ। ਮਹਾਮੋਦ ਕਾ ਸ਼ਕਰ। ਤੇ ਬੜਾ ਭਾਰੀ ਸ਼ੱਕਰ ਜਿਹੜਾ ਇੰਦਰ ਦੇਵਤਾ, ਉਸ ਨੂੰ ਮੋਦ ਖੁਸ਼ੀ ਦੇਣ ਵਾਲੀ ਜੋ ਚੰਡੀ ਦੀ ਵਾਰ ਲਿਖੀ ਮਹਾਰਾਜ ਨੇ। ਜਗਦੰਬਾ ਜੈ ਜੈ ਕਰੀ। ਹੇ ਜਗਤ ਦੀ ਮਾਤਾ ਤੇ ਜੈ ਜੈ ਤੇਰੀ ਹੋਵੇ। ਬਕਰ ਧਰੇ ਕਰ ਚੱਕਰ। ਤੂੰ ਹੱਥ ਦੇ ਵਿੱਚ ਆਪਣਾ ਟੇਢਾ ਚੱਕਰ ਧਾਰ ਕਰਕੇ ਦੁਸ਼ਟਾਂ ਦਾ ਵਿਨਾਸ਼ ਕਰਨ ਵਾਲੀ ਹੈ, ਤੇਰੀ ਜੈ ਹੋਵੇ। ਸ੍ਰੀ ਬਾਲਾ ਸੰਦਰ ਵਾਚ। ਬਾਲਾ ਜੀ ਸੰਧੂ ਗੋਤ ਵਾਲੇ ਕਥਨ ਕਰਦੇ ਹਨ। ਚਉਪਈ ਅਬਸਨ ਪਾਂਡਵ ਕੇਰ ਕਹਾਣੀ। ਕਹਿੰਦੇ ਹੁਣ ਭਾਈ ਪਾਂਡਵਾਂ ਦੀ ਕਹਾਣੀ, ਉਹਨਾਂ ਦਾ ਪ੍ਰਸੰਗ ਸੁਣੋ। ਜਿਨ ਢਿਗ ਰਹਿਤ ਕ੍ਰਿਸ਼ਨ ਗੁਣ ਖਾਨੀ। ਗੁਣਾਂ ਦੇ ਖਜ਼ਾਨੇ ਭਗਵਾਨ ਕ੍ਰਿਸ਼ਨ ਜੀ ਵਿਸ਼ਨੂੰ ਮਹਾਰਾਜ ਦੇ ਅਵਤਾਰ ਜਿਹੜੇ ਸਨ ਕੋਲ ਰਿਹਾ ਕਰਦੇ ਸਨ। ਰੋਵੇ ਪਾਂਡਵ ਭੈ ਮਜੂਰ, ਉਹਨਾਂ ਦੀ ਕਹਿੰਦੇ ਕਥਾ ਸੁਣ ਲਓ। ਸਰਬ ਦਿਸ਼ਾ ਜੀਤੀ ਇੱਕ ਬਾਰੀ। ਉਹਨਾਂ ਨੇ ਇੱਕ ਵਾਰ ਕਹਿੰਦੇ ਨੇ ਸਭ ਦਿਸ਼ਾ ਨੂੰ ਜਿੱਤ ਕੇ ਵੱਡਾ ਰਾਜ ਕਮਾ ਲਿਆ ਪਾਂਡਵਾਂ ਨੇ। ਰਾਜ ਸੋ ਮਖ ਕੀਨੋ ਭਾਰੀ। ਤੇ ਇਹਨਾਂ ਨੇ ਰਾਜਸੂ ਜੰਗ ਕੀਤਾ। ਰਾਜਸੂ ਜੰਗ, ਗੈਂਡਾ ਮੇਧ ਜੰਗ, ਸੋ ਇਸ ਪ੍ਰਕਾਰ ਅਸਮੇਧ ਜੰਗ, ਇਹ ਇਹਨਾਂ ਦੇ ਸੋ ਹਿੰਦੂ ਧਰਮ ਦੇ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹੈ। ਤੋ ਰਾਜਸੂ ਜੰਗ ਦਾ ਮਤਲਬ ਸੀ ਰਾਜੇ ਜਿੱਤ ਕਰਕੇ, ਜਿਉਂਦੇ ਰਾਜੇ ਨੂੰ ਮਾਰ ਕਰਕੇ, ਉਸ ਦਾ ਮਿਹਦਾ ਕੱਢ ਕਰਕੇ ਤੇ ਉਸ ਦਾ ਹਵਨ ਕਰਨਾ ਅੱਗ ਬਾਲ ਕੇ ਤੇ ਉੱਤੇ ਮੰਤਰ ਪੜ੍ਹਨੇ। ਰਾਜਸੂ ਜੰਗ ਕਹੇ ਇਹਨਾਂ ਨੇ ਰਾਜਸੂ ਜੰਗ ਕੀਤਾ। ਅਮਿਤ ਪਦਾਰਥ ਘਰ ਮਹਿ ਆਏ। ਬੜੇ ਭਾਰੀ ਪਦਾਰਥ ਕਹਿੰਦੇ ਘਰ ਵਿੱਚ ਆ ਗਏ, ਵੱਡਾ ਰਾਜ ਹੋ ਗਿਆ। ਸਭ ਦਿਸ ਕੇ ਨਿਰਪ ਪਾਏ ਲਗਾਏ। ਸਭ ਇਲਾਕਿਆਂ ਦੇ ਰਾਜੇ ਆਪਣੇ ਚਰਨੀ ਇਹਨਾਂ ਨੇ ਨਵਾ ਲਏ ਸਨ। ਦਰਜੋਧਨ ਕੇ ਢਿਗ ਇੱਕ ਕਾਲਾ। ਤੇ ਇੱਕ ਵਾਰ ਦੁਰਜੋਧਨ ਜਿਹੜਾ ਸੀ ਉਸ ਦੇ ਕੋਲ ਇਹਨਾਂ ਨੇ ਪਾਂਡਵਾਂ ਨੇ ਗਏ ਤਹਾਂ ਜਹੈ ਸਭਾ ਵਿਸਾਲਾ। ਇਹਦੀ ਸਭਾ ਜਿਹੜੀ ਸੀ ਉੱਥੇ ਗਏ ਹਨ। ਬੈਠ ਜੂਪ ਤਿਨ ਸੰਗ ਮਚਾਵਾ। ਉਹਨਾਂ ਦੇ ਨਾਲ ਬੈਠ ਕਰਕੇ ਜੂਆ ਖੇਲਣਾ ਸ਼ੁਰੂ ਕਰਤਾ। ਪ੍ਰਥਮ ਗਲਾਹ ਦਰਬ ਕੋ ਲਾਵਾ। ਪਹਿਲਾਂ ਕਹਿੰਦੇ ਆਪਣਾ ਜਿੰਨਾ ਧਨ ਸੀ ਨਾ ਉਹਦਾ ਦਾ ਲਾ ਦਿੱਤਾ ਜਿੱਤ ਹਾਰ ਦਾ। ਬਹੁਰ ਮਤੰਗ ਤੁਰੰਗ ਹਰਾਏ। ਉਹ ਹਰਾਉਣ ਤੋਂ ਬਾਅਦ ਫਿਰ ਆਪਣੇ ਹਾਥੀ ਲਾ ਦਿੱਤੇ ਦਾ ਦੇ ਉੱਤੇ, ਉਹ ਹਾਰ ਗਏ। ਫਿਰ ਘੋੜੇ ਲਾ ਦਿੱਤੇ, ਇਉਂ ਜੂਏ ਦੇ ਵਿੱਚ ਹਾਰਦੇ ਗਏ। ਸੰਸੈ ਦਨ ਭੂਖਨ ਗ੍ਰਾਮ ਲਗਾਏ। ਸੋ ਇਸ ਪ੍ਰਕਾਰ ਇਹਨਾਂ ਨੇ ਜੋ ਪਿੰਡ ਇਹਨਾਂ ਦੇ ਸੋ ਸੀਗੇ ਇਸ ਪ੍ਰਕਾਰ ਤੋਂ ਇਸ ਤਰੀਕੇ ਨਾਲ ਗ੍ਰਾਮ ਪਿੰਡ ਸ਼ਹਿਰ ਉਹ ਲਾ ਲਾ ਕੇ ਹੌਲੀ ਹੌਲੀ ਇਹ ਸਭ ਜੂਏ ਵਿੱਚ ਹਾਰੀ ਗਏ। ਨਗਰ ਦੇਸ਼ ਸਗਰੋ ਜਿਤਵਾਵਾ। ਤੇ ਸਾਰਾ ਦੇਸ਼ ਵੀ, ਸਾਰੇ ਸ਼ਹਿਰ ਜਿਹੜੇ ਸੀ ਇਸ ਪ੍ਰਕਾਰ ਸਾਰਾ ਹੀ ਜੂਏ ਵਿੱਚ ਹਾਰ ਕੇ ਜਿਤਾ ਦਿੱਤਾ ਦੁਰਜੋਧਨ ਨੂੰ। ਵਿਪਨ ਜਾਵਨ ਪੁੰਨ ਠਹਿਰਾਵਾ। ਫਿਰ ਆਖਰੀ ਦਾ ਖੇਡਿਆ ਵੀ ਚਲੋ ਅਸੀਂ ਕਹਿੰਦੇ ਜੰਗਲ ਨੂੰ ਚਲੇ ਜਾਾਂਗੇ। ਉਹ ਦਾ ਲਾਇਆ ਤਾਂ ਕਹਿੰਦੇ ਉਹਦੇ ਵਿੱਚ ਦ੍ਰੋਪਦ ਸੁਤਾ ਜਬਿ ਦੀਏ ਹਾਰੀ। ਤੇ ਫਿਰ ਕਹਿੰਦੇ ਆਪਣੇ ਧਰਮ ਪਤਨੀ ਦ੍ਰੋਪਦੀ ਜੂਏ 'ਚ ਹਾਰ ਦਿੱਤੀ। ਦੇਖੋ ਇੱਕ ਪਾਸੇ ਕਹੇ ਜਾਂਦੇ ਨੇ ਪਾਂਡਵ ਜਿਹੜੇ ਜੀ ਬੜੇ ਧਰਮੀ ਸੀ, ਬੜੇ ਬਹਾਦਰ ਸੀ, ਪਰ ਦੇਖੋ ਪਰਮੇਸ਼ਵਰ ਦੀ ਖੇਡ ਵੀ ਚਲੋ ਜੇ ਜੂਆ ਕਿਸੇ ਨੇ ਖੇਡਣਾ, ਅਵਲ ਤਾਂ ਖੇਡਣਾ ਕਾਹਦੇ ਵਾਸਤੇ, ਤੇ ਜੇ ਹੁਣ ਖੇਡੇ ਤੇ ਕਹਿੰਦੇ ਦੇਖ ਲਓ ਇੱਥੋਂ ਤੱਕ ਉਹਨਾਂ ਦੀ ਸੁਰਤ ਚਲੀ ਗਈ, ਇੱਥੋਂ ਤੱਕ ਨੀਵੇਂ ਹੋ ਗਏ।
ਆਪਣੀ ਘਰ ਵਾਲੀ ਵੀ ਦਾਅ ਦੇ ਉੱਤੇ ਲਾਤੀ ਇਹਨਾਂ ਨੇ। ਮੰਦਮਤੀ ਹਰਖੇ ਉਰ ਭਾਰੀ, ਮੰਦੀ ਮਤ ਵਾਲੇ ਬਹੁਤ ਖੁਸ਼ ਹੋਏ ਦੁਰਯੋਧਨ ਹੋਣੀ ਜਿੱਤ ਕਰਕੇ। ਰਿਤ ਜੁਤ ਹੁਤੀ ਕੇਸ ਗਹਿ ਆਨੀ, ਉਸ ਵੇਲੇ ਕਹਿੰਦੇ ਇਸ ਪ੍ਰਕਾਰ ਸੋ ਦ੍ਰੋਪਦੀ ਨੇ ਇਸ਼ਨਾਨ ਕਰਨ ਦੇ ਦਿਨ ਸਰ ਇਹ ਇਸ਼ਨਾਨ ਕੀਤੇ ਹੋਏ ਸੀ, ਆਪਣੇ ਕੇਸਾਂ ਨੂੰ ਖੋਲ ਕਰਕੇ ਸੁਕਾ ਰਹੀ ਸੀ। ਕਿਨਹੋ ਸ਼ੁਰਾਵਨ ਕੀ ਨਾਮ ਬਖਾਨੀ, ਤੋ ਇਸ ਪ੍ਰਕਾਰ ਕੇਸਾਂ ਤੋਂ ਮੱਥੇ ਵਾਲ ਦ੍ਰੋਪਦੀ ਆਂਦੀ, ਸੋ ਵਾਲਾਂ ਤੋਂ ਫੜ ਕਰਕੇ ਕਹਿੰਦੇ ਲੈ ਆਂਦੀ। ਇਹਨਾਂ ਨੇ ਜਿਹੜੇ ਹਰਾ ਦਿੱਤੀ ਜੂਏ ਦੇ ਵਿੱਚ, ਪੰਜੇ ਪਾਂਡੋ ਦੇਖਦੇ ਉਹ ਉਰਦੀ ਨਾਰ ਜਿਹਨਾਂ ਦੀ, ਤੋ ਕਹਿੰਦੇ ਇਸ ਪਰ ਪੰਜੇ ਪਾਂਡੋ ਕੋਲ ਬੈਠੇ ਸੀ, ਕੇਸਾਂ ਤੋਂ ਫੜ ਕੇ ਬੇਅਦਬੀ ਕਰਕੇ ਜਿਸੇ ਧੂ ਕੇ ਲਿਆਏ। ਤਾਂ ਕਹਿੰਦੇ ਉਸ ਵੇਲੇ ਕਿਸੇ ਨੇ ਵੀ ਮਦਦ ਨਹੀਂ ਕੀਤੀ। ਉਸ ਵੇਲੇ ਠਾਂਡੀ ਕਰਕੇ ਸਭਾ ਮਝਾਰੀ, ਆਪਣੀ ਸਭਾ ਵਿੱਚ ਦੁਰਯੋਧਨ ਵੀ ਇੰਨੀ ਕੁ ਸੋਚ ਦਾ ਮਾਲਕ ਸੀ, ਸਕੇ ਭਰਾ ਸਨ, ਭਰਜਾਈ ਸੀ। ਕਹਿੰਦੇ ਉਸ ਨੇ ਸਭਾ ਦੇ ਵਿੱਚ ਵਚਨ ਕਰ ਦਿੱਤਾ, ਕਹਿਣ ਲੱਗੇ ਦੇਹ ਚੀਰ ਉਤਾਰੀ, ਕਹਿਣ ਲੱਗੇ ਵੀ ਇਹਦੇ ਵਸਤਰ ਉਤਾਰ ਦਿਓ। ਲੱਗੇ ਉਤਾਰਨ ਰਹਿ ਗਏ ਹਾਰੀ, ਤੋ ਕਹਿੰਦੇ ਨੇ ਜਿਸ ਵੇਲੇ ਸੋ ਦ੍ਰੋਪਦੀ ਨੇ ਇਸ ਪ੍ਰਕਾਰ ਭਗਵਾਨ ਕ੍ਰਿਸ਼ਨ ਨੂੰ ਯਾਦ ਕੀਤਾ ਜਿਸ ਵੇਲੇ, ਤਾਂ ਉਸ ਵੇਲੇ ਮਹਾਰਾਜ ਨੇ ਪੈਜ ਰੱਖੀ। ਤਾਂ ਕਹਿੰਦੇ ਨੇ ਇਸ ਪ੍ਰਕਾਰ ਇਸ ਦੇ ਵਸਤਰ ਜਿਹੜੇ ਸੀ ਉਹ ਉਤਾਰ ਨਾ ਸਕੇ, ਢੇਰ ਲੱਗ ਕੱਪੜ ਕੋਟ ਉਸਾਰਨ ਥੱਕੇ ਦੂਤ ਨਾ ਪਾਰ ਵਸਾਂਦੀ। ਸੋ ਬੜੇ ਭਾਰੀ ਕੱਪੜਾ ਲਾ ਕਰਕੇ ਢੇਰ ਹੋ ਗਿਆ, ਪਰ ਕਹਿੰਦੇ ਮਾਲਕ ਨੇ ਨਿਵਸਤਰ ਨਹੀਂ ਹੋਣ ਦਿੱਤਾ। ਲਖੇ ਨਾ ਸਾਰੀ ਕੀ ਜਨ ਨਾਰੀ, ਤੇ ਇਹ ਜਾਣ ਨਹੀਂ ਸਕੇ ਨਾਰੀ ਹੂੰ ਕੀ ਸਾਰੀ ਹੈ ਕਿ ਸਾਰੀ ਹੂੰ ਕੀ ਨਾਰੀ ਹੈ। ਕਹਿੰਦੇ ਇਹ ਔਰਤ ਦੀ ਸਾੜੀ ਆ ਕਿ ਜਾਂ ਇਹ ਔਰਤ ਹੀ ਸਾੜੀਆਂ ਦੀ ਬਣੀ ਹੋਈ ਹੈ। ਇਸ ਤਰੀਕੇ ਦੇ ਨਾਲ ਕਹਿੰਦੇ ਵਾਹਿਗੁਰੂ ਨੇ ਪੈਜ ਰੱਖੀ ਸੀ। ਸਭਾ ਵਿਖੇ ਅੰਬਰ ਅੰਬਾਰੂ, ਉਹ ਕਹਿੰਦੇ ਸਭਾ ਵਿੱਚ ਸੋ ਢੇਰ ਲੱਗ ਗਏ ਸਨ ਵਸਤਰਾਂ ਦੇ। ਲੱਗਿਓ ਮਹਾ ਨਹਿ ਪਾਇਤ ਪਾਰੂ, ਉਹ ਕਹਿੰਦੇ ਨੇ ਕੋਈ ਉਰਾਰ ਪਾਰ ਨਹੀਂ, ਭਾਵ ਐਡਾ ਢੇਰ ਲੱਗ ਗਿਆ ਇੱਕ ਪਾਸੇ ਤੇ ਦੂਜੇ ਪਾਸੇ ਦਿਸਦੇ ਨਹੀਂ। ਦੁਤੀਏ ਦਿਸਾ ਕਿਨਾਰ ਨਾ ਦਿਸਾਈ, ਦੂਸਰੇ ਪਾਸੇ ਦੇ ਬੰਦੇ ਨਹੀਂ ਸੀ ਦਿਸਦੇ ਬੈਠਿਆਂ ਨੂੰ। ਅਸ ਰੱਖਿਆ ਕੀਨੀ ਜਗ ਸਾਈ, ਜਗਤ ਸੁਆਮੀ ਨੇ ਇਉਂ ਰੱਖਿਆ ਕੀਤੀ ਸੀ ਦ੍ਰੋਪਦਾ ਜੀ ਦੀ। ਬਹਰੋ ਗਮਨੇ ਵਿਪਨ ਮਝਾਰਾ, ਫਿਰ ਕਹਿੰਦੇ ਨੇ ਇਸ ਪ੍ਰਕਾਰ ਬਨਵਾਸ ਸੋ ਜੰਗਲ ਵਿੱਚ ਚਲੇ ਗਏ ਸਨ। ਰਹੇ ਤਹਾਂ ਸਹਿ ਕਸ਼ਟ ਅਪਾਰਾ, ਬੜੇ ਭਾਰੀ ਕਸ਼ਟ ਸਹਾਰ ਕਰਕੇ ਜੰਗਲਾਂ ਵਿੱਚ ਰਹੇ। ਦੁਆਦਸ ਸੰਮਤ ਫਿਰਤ ਬਿਤਾਏ, 12 ਸਾਲ ਜਿਸ ਵੇਲੇ ਜੰਗਲ ਵਿੱਚ ਇਉਂ ਵਿਚਰ ਕਰਕੇ ਗੁਜ਼ਾਰੇ ਉਹਨਾਂ ਨੇ। ਤਰੋ ਦਸਵੇਂ ਦੁਰਨੋ ਠਹਿਰਾਏ, 13ਵਾਂ ਜਿਹੜਾ ਸਾਲ ਸੀ ਉਹਦੇ ਵਿੱਚ ਵੀ ਗੁਪਤ ਰਹਿਣਾ ਹੈ, ਪਤਾ ਨਾ ਲੱਗੇ, ਇਦਾਂ ਦਾ ਇਹਨਾਂ ਦਾ ਸੀ। ਸੋ ਇਸ ਪ੍ਰਕਾਰ ਤਾਂ ਜਿਸ ਵੇਲੇ ਗੁਪਤ ਰਹਿਣਾ ਸੀ ਇਹਨਾਂ ਨੇ। ਉਤੋ ਬਰਾਠ ਮਦਰ ਅਵਨੀਪਾ, ਮਦਰ ਦੇਸ਼ ਪੰਜਾਬ ਨੂੰ ਆਖਦੇ ਨੇ। ਵਿਰਾਟ ਰਾਜਾ ਹੋਇਆ ਇੱਥੇ ਦਾ। ਪਹੁੰਚੇ ਤਿਹ ਕੇ ਜਾਏ ਸਮੀਪਾ, ਉਸ ਦੇ ਨੇੜੇ ਜਾ ਕਰਕੇ ਉਹਦੇ ਕੋਲ ਪਹੁੰਚੇ ਹਨ ਜਦੋਂ। ਧਰਮਜ ਚੌਪਰ ਕੇਰ ਖਿਡਾਵਾ, ਇਸ ਪ੍ਰਕਾਰ ਇਹ ਜਾ ਕੇ ਰਾਜੇ ਵਿਰਾਟ ਦੇ ਕੋਲ ਭੇਸ ਬਦਲ ਕੇ ਗੁਪਤ ਰਹਿਣ ਵਾਸਤੇ, ਤੋ ਕਹਿੰਦੇ ਨੇ ਇਹਨਾਂ ਨੇ ਇਸ ਪ੍ਰਕਾਰ ਉੱਥੇ ਜਾ ਕਰਕੇ ਨੌਕਰੀ ਕਰਨੀ ਪਾਈ। ਤੋ ਕਹਿੰਦੇ ਇਸ ਪ੍ਰਕਾਰ ਧਰਮਜ ਧਰਮਪੁੱਤਰ ਯੁਧਿਸ਼ਟਰ ਜਿਹੜਾ ਹੈ ਉਹ ਚੌਪੜ ਖਿਡਾਉਣ ਵਾਲਾ ਕਹਿੰਦੇ ਉਹ ਬਣ ਗਿਆ। ਕੰਕ ਨਾਮ ਆਪਨੋ ਧਰ ਵਾਵਾ, ਆਪਣਾ ਨਾਮ ਇਹਨੇ ਕੰਕ ਰੱਖਿਆ, ਮੇਰਾ ਨਾਮ ਕੰਕ ਹੈ। ਨਾਮ ਬਦਲ ਕਰਕੇ ਭੇਸ ਬਦਲ ਕੇ ਰਹੇ ਹਨ। ਭੀਮ ਰਸੋਈਆ ਬਲਬ ਨਾਮੂ, ਇਹਨੇ ਬਲਬ ਨਾਮ ਰਖਾਇਆ। ਭੀਮ ਨੇ ਰਸੋਈਆ ਬਣ ਗਿਆ ਰਾਜੇ ਦਾ। ਭੋਜਨ ਕਰਨ ਕੀਨ ਸਭ ਕਾਮੂ, ਭੋਜਨ ਰਸੋਈ ਦਾ ਕੰਮ ਕਰਨ ਦੇ ਸਾਰੇ ਕੰਮ ਕਰਿਆ ਕਰਦਾ, ਭੋਜਨ ਤਿਆਰ ਕਰਨ ਦੇ। ਸ਼ਸਤਰ ਅਸਤਰ ਧਾਰ ਬਾਹਰ ਸਭ ਹੀ, ਆਪਣੇ ਅਸਤਰ ਸ਼ਸਤਰ ਜਿਹੜੇ ਸਨ ਸੂਰਮਗਤੀ ਦੇ ਉਹ ਸਾਰੇ ਬਾਹਰ ਲੁਕਾ ਕੇ ਰੱਖ ਲਏ ਇਹਨਾਂ ਨੇ। ਭਾ ਬਿਹੰਗੜਾ ਅਰਜਨ ਤਬ ਹੀ, ਤੇ ਅਰਜਨ ਜੀ ਇਸ ਪ੍ਰਕਾਰ ਸੋ ਔਰਤ ਦਾ ਰੂਪ ਧਾਰ ਕਰਕੇ ਰਾਜੇ ਦੀ ਪੁੱਤਰੀ ਨੂੰ ਨਿਰਤਕਾਰੀ ਸਿਖਾਉਣ ਲੱਗ ਗਿਆ, ਬਿਹੰਡੜਾ ਬਣ ਗਿਆ। ਪੁੱਤਰਾ ਹੁਤੀ ਵਿਰਾਟ ਕੁਮਾਰੀ, ਵਿਰਾਟ ਰਾਜੇ ਦੀ ਪੁੱਤਰੀ ਉਤਰਾ ਜਿਹੜੀ ਸੀ ਉਹ ਲੱਗਿਓ ਸਿਖਾਵਨ ਤਿਹ ਨਿਰਤਕਾਰੀ, ਉਸ ਨੂੰ ਨਿਰਤਕਾਰੀ ਨਾਚ ਜਿਹੜਾ ਸੀ ਕਰਨਾ ਸਿਖਾਉਣ ਲੱਗ ਪਿਆ। ਬਾਜਪਾਲ ਕੋ ਬੇਖ ਬਨਾਈ, ਤੋ ਘੋੜਿਆਂ ਦਾ ਇਸ ਰਖਵਾਲਾ ਜਿਹੜਾ ਸੀ ਆਪਣਾ ਭੇਖ ਬਣਾ ਲਿਆ। ਰਹਿਓ ਨਕੁਲ ਨ੍ਰਿਪ ਕੇ ਢਿਗ ਜਾਈ, ਰਾਜੇ ਦੇ ਕੋਲ ਜਿਹੜਾ ਨੁਕਲ ਸੀ ਇਸ ਪ੍ਰਕਾਰ ਉਸ ਨੇ ਸੋ ਘੋੜਿਆਂ ਦਾ ਜਿਹੜਾ ਸੀ ਰਖਵਾਲਾ ਇਸ ਪ੍ਰਕਾਰ
ਉਹਦਾ ਰੂਪ ਧਾਰਿਆ। ਭਾਗ ਗੋਪਾਲ ਤਬਹਿ ਸਹਿ ਦੇਵਾ। ਉਹ ਕਹਿੰਦੇ ਨੇ ਇਸ ਪ੍ਰਕਾਰ ਗਊਆਂ ਦਾ ਰਾਖਾ ਜਿਹੜਾ ਸਹਿਦੇਵ ਸੀ ਉਹ ਬਣ ਗਿਆ। ਦੁਰ ਕਹਿ ਰਹੇ ਨਾ ਕੋ ਲਖ ਭੇਵਾ। ਇਹ ਲੁਕ ਕਰਕੇ ਛਿਪ ਕੇ ਰਹੇ, ਕੋਈ ਜਾਣ ਨਹੀਂ ਸਕਿਆ ਇਹਨਾਂ ਦੇ ਤਾਈਂ। ਦੋਹਰਾ ਦ੍ਰੋਪਦ ਸੁਤਾ ਹੋਏ ਸੰਦਰੀ। ਇਸ ਪ੍ਰਕਾਰ ਦ੍ਰੋਪਦੀ ਜੀ ਜਿਹੜੇ ਸਨ ਉਹ ਇਸ ਪ੍ਰਕਾਰ ਸੋ ਰਾਣੀ ਦੀ ਗੋਲੀ ਬਣ ਗਈ। ਨਿਰਪਤ ਨਾਰ ਢਿਗ ਜਾਏ। ਰਾਜੇ ਦੀ ਰਾਣੀ ਦੇ ਕੋਲ ਜਾ ਕਰਕੇ ਇਸਨੇ ਸੇਵ ਕਰਨ ਪਰ ਸੋ ਰਹੀ। ਉਹਦੀ ਸੇਵਾ ਵਿੱਚ ਲੱਗ ਗਈ ਹੈ। ਜਿਹ ਤਨ ਰੁਚਿਰ ਸੁਹਾਏ। ਇਹਦਾ ਰੂਪ ਬਹੁਤ ਸੁੰਦਰ ਸੀ ਦ੍ਰੋਪਦਾ ਦਾ। ਚਉਪਈ ਨਾਗਨ ਸਮ ਲਟਕੀ ਲਟ ਜਾਂਕੀ। ਕਵੀ ਜੀ ਸੁੰਦਰਤਾ ਦਾ ਬਿਆਨ ਕਰਦੇ ਹਨ ਕਿ ਉਹਦੇ ਕੇਸ ਨਾਗਾਂ ਵਰਗੇ ਸੋਹਣੇ ਸਨ। ਮਦਨ ਧਨਖ ਪ੍ਰਗਟੀ ਸੁਠ ਬਾਕੀ। ਉਹ ਬੜੇ ਸੋਹਣੇ ਜਿਹੜੇ ਪ੍ਰਵੱਟੇ ਨੇ ਸੋ ਧਨਖ ਵਰਗੇ ਬੜੇ ਸੁੰਦਰ ਸਨ। ਕੁੰਦ ਰਦਨ ਬਦਨ ਸਸ ਰਾਂਕਾ। ਉਹ ਕਹਿੰਦੇ ਇਸ ਪ੍ਰਕਾਰ ਚੰਦਰਮਾ ਸਰੀਕਾ ਦਾ ਮੂੰਹ ਸੀ, ਦੰਦ ਜਿਹੜੇ ਸੀ ਮਰਤਮਾਨ ਦੇ ਫੁੱਲਾਂ ਵਰਗੇ ਚਿੱਟੇ ਸਨ। ਉਦਰ ਸੁਤਰ ਵੱਲ ਸ਼ਰੁਤਵਲ ਮਨੋਹਰ ਜਾਕਾ। ਜਿਹਦਾ ਪੇਟ ਸੀ ਸੋ ਤ੍ਰਿਵਲ, ਕਹਿੰਦੇ 3 ਵਾਲ ਪੈਣ ਪੇਟ ਦੇ ਵਿੱਚ ਸੁੰਦਰਤਾ ਹੁੰਦੀ ਹੈ, ਉਹਦਾ ਐਸਾ ਸੁੰਦਰ ਸੀ। ਰਤ ਰਤਿਕ ਹੋਵੇ ਜਿਹ ਦੁੱਤ ਦੇਖੀ। ਕਾਮਦੇਵ ਦੀ ਇਸ ਪ੍ਰਕਾਰ ਜਿਹੜੀ ਸੁੰਦਰ ਰਤੀ ਹੈ ਉਹ ਕਹਿੰਦੇ ਇਹਦੀ ਸੁੰਦਰਤਾ ਨੂੰ ਵੇਖ ਕਰਕੇ ਰਤੀਕ ਹੋ ਜਾਂਦੀ ਸੀ। ਤੀਛਨ ਬਾਨ ਕਟਾਸ਼ ਬਖਸੇਖੀ। ਇਸ ਪ੍ਰਕਾਰ ਨੇਤਰਾਂ ਦੀ ਨਿਗਾਹ ਇਉਂ ਜਿਵੇਂ ਤਿੱਖੇ ਬਾਣ ਹੁੰਦੇ ਹਨ। ਉੱਚਾ ਬਨੇ ਜੁਗ ਕਾਮ ਨਗਾਰੇ। ਇਸ ਪ੍ਰਕਾਰ ਜਿਵੇਂ ਨਗਾਰੇ ਹੁੰਦੇ ਆ ਪੁੱਠੇ ਮਾਰੇ ਹੁਣ, ਇਸ ਤਰੀਕੇ ਦੀ ਛਾਤੀ ਹੈ। ਸਭ ਜਗ ਜੀਤ ਉਲਟ ਜਨ ਡਾਰੇ। ਜਿਵੇਂ ਕਿਸੇ ਨੇ ਸਾਰੇ ਸੰਸਾਰ ਨੂੰ ਜਿੱਤ ਕਰਕੇ ਪੁੱਠੇ ਮੂੰਹ ਤੇ ਮਾਰੇ ਹੋਣ। ਦੀਪ ਸਿਖਾਸੀ ਕੋਕਲ ਬੈਨੀ। ਇਸ ਪ੍ਰਕਾਰ ਸੋ ਦੀਵੇ ਦੀ ਲਾਟ ਵਰਗੀ ਇਹਦੀ ਸੁੰਦਰਤਾ ਹੈ ਅਤੇ ਇਸ ਪ੍ਰਕਾਰ ਬੋਲ ਕੋਇਲ ਵਰਗੇ ਮਿੱਠੇ ਹਨ। ਗਜ ਗਾਮਨ ਮ੍ਰਿਗ ਸਾਵਕ ਨੈਨੀ। ਇਸ ਪ੍ਰਕਾਰ ਹਾਥੀ ਦੀ ਚਾਲ ਚੱਲਣ ਵਾਲੀ ਹੈ ਤੇ ਨੇਤਰ ਹਨ ਜਿਸ ਤਰੀਕੇ ਦੇ ਨਾਲ ਹਰਨ ਦੇ ਛੋਟੇ ਬੱਚੇ ਹੁੰਦੇ ਹਨ। ਜਮਨ ਭ੍ਰਮਰੀ ਨਾਭ ਗੰਭੀਰਾ। ਇਸ ਪ੍ਰਕਾਰ ਦੀ ਨਾਭੀ ਹੈ ਜਿਸ ਤਰ੍ਹਾਂ ਜਮਨਾ ਦੇ ਵਿੱਚ ਇਸ ਪ੍ਰਕਾਰ ਘੁੰਮਣ ਘੇਰੀ ਪੈਂਦੀ ਹੈ। ਨਖਨ ਬਿਲੋਕਤ ਲਾਜਤ ਹੀਰਾ। ਹੀਰੇ ਜਿਹੜੇ ਨੇ ਉਹ ਵੀ ਇਸ ਪ੍ਰਕਾਰ ਲੱਜਤ ਹੁੰਦੇ ਨੇ ਨਵਾਂ ਦੀ ਸ਼ੋਭਾ ਨੂੰ ਵੇਖ ਕਰਕੇ। ਦੋਹਰਾ ਬਹਰ ਗਰੀਬ ਕੀ ਰੁਚਿਰਤਾ। ਫਿਰ ਜਿਹੜੀ ਧੌਣ ਦੀ ਗਰਦਨ ਦੀ ਸੁੰਦਰਤਾ ਸੁਣੋ। ਮਨਹੁ ਉਤਾਈ ਭਾਏ। ਮਾਨੋ ਕਿ ਇਸ ਪ੍ਰਕਾਰ ਉੱਚੀ ਸੋਭਾ ਨੇ ਹੀ ਰੂਪ ਧਾਰਿਆ ਹੋਇਆ ਹੈ। ਚਿਬੁਕ ਸਿਆਮਤਾ ਰਾਹੋ ਜਨ। ਤੋ ਠੋਡੀ ਜਿਹੜੀ ਆ ਕਹਿੰਦੇ ਉਹਦੇ ਤੇ ਕਾਲਾ ਤਿਲ ਜਿਹੜਾ ਇਉਂ ਹੈ ਜਿਵੇਂ ਰਾਹੂ ਜਿਹੜਾ ਹੋਵੇ। ਦੁਰਿਓ ਸਸੀ ਮੈਂ ਆਏ। ਚੰਦਰਮਾ ਵਿੱਚ ਆਣ ਕਰਕੇ ਲੁਕਿਆ ਹੋਵੇ ਜਿੱਦਾਂ ਇਉਂ ਕਾਲਾ ਤਿਲ ਹੈ। ਚਉਪਈ ਜਿਹ ਆਗੇ ਦਾਸੀ ਬਹੁ ਹੋਵਤ। ਤੋ ਜਿਹਦੇ ਅੱਗੇ ਕਹਿੰਦੇ ਨੇ ਇਸ ਪ੍ਰਕਾਰ ਅਨੇਕਾਂ ਹੀ ਗੋਲੀਆਂ ਸੇਵਾ ਕਰਨ ਵਾਲੀਆਂ ਹੁੰਦੀਆਂ ਸਨ ਦ੍ਰੋਪਦਾ ਜੀ ਦੇ। ਸੇਵਹਿ ਕਰ ਬੰਦੇ ਮੁਖ ਜੋਵਤ। ਤੋ ਮੁਖ ਨੂੰ ਤੱਕਦੀਆਂ ਜੋ ਹੁਕਮ ਹੁੰਦਾ ਸੇਵਾ ਕਰਦੀਆਂ ਸਨ। ਸੋ ਵਿਰਾਟ ਨ੍ਰਿਪ ਕੀ ਰਜਧਾਨੀ। ਤੋ ਰਾਜੇ ਬੈਰਾਟ ਦੀ ਰਾਜਧਾਨੀ ਦੇ ਵਿੱਚ ਉਹ ਦ੍ਰੋਪਦਾ ਜੀ ਬਨ ਸੰਸੈ ਦਰੀ ਬੇਖ ਦੁਰਾਨੀ। ਇਸ ਪ੍ਰਕਾਰ ਆਪਣਾ ਭੇਖ ਵਿਚਾਰੀ ਲੁਕਾਉਣ ਵਾਸਤੇ ਤੋ ਗੋਲੀ ਬਣ ਕਰਕੇ ਸੇਵਾ ਕਰਦੀ ਹੈ। ਰਹਿਤ ਦ੍ਰੋਪਦੀ ਬੈਨ ਉਚਾਰੇ। ਤੇ ਇੱਥੇ ਇਸ ਪ੍ਰਕਾਰ ਜਿਸ ਵੇਲੇ ਦ੍ਰੋਪਦੀ ਰਹਿੰਦੀ ਸੀ ਪਤਾ ਸੀ ਆਪਣੇ ਸਰੂਪ ਦੀ ਸੁੰਦਰਤਾ ਦਾ, ਇਹਨੇ ਉਸ ਵੇਲੇ ਸਾਰਿਆਂ ਵਿੱਚ ਇਹ ਗੱਲ ਕਹੀ ਹੋਈ ਸੀ। ਗੰਧਰਬ ਮੋਹੇ ਪੰਚ ਰਖਵਾਰੇ। ਤੇ ਜੀ ਸਵਰਗ ਦੇ 5 ਗੰਧਰਬ ਮੇਰੇ ਰਾਖੇ ਹਨ। ਕਾਮ ਦ੍ਰਿਸ਼ਟ ਮੋਕੋ ਜੋ ਦੇਖੇ। ਜੇ ਕੋਈ ਮੇਰੇ ਵੱਲ ਬੁਰੀ ਨਿਗਾਹ ਨਾਲ ਦੇਖੇਗਾ ਤਾਂ ਨਿਰਤਕ ਕਰਤ ਸੋ ਬਲੀ ਬਸੇਖੇ। ਬਹੁਤ ਬਲੀ ਹਨ, ਉਸ ਨੂੰ ਮਾਰ ਹੀ ਦਿੰਦੇ ਨੇ ਜੇ ਮੇਰੇ ਵੱਲ ਕੋਈ ਮਾੜੀ ਨਿਗਾਹ ਕਰੇ ਤਾਂ। ਸਭਨ ਸੁਨਾਏ ਦੀਨ ਅਸਬਾਨੀ। ਇਹ ਬਚਨ ਸਾਰੇ ਹੀ ਇਸਨੇ ਦ੍ਰੋਪਦਾ ਜੀ ਸਾਰਿਆਂ ਨੂੰ ਸੁਣਾ ਦਿੱਤੇ ਸਨ। ਸੇਵ ਕਰਨ ਰਾਨੀ ਕੀ ਠਾਨੀ। ਤੇ ਬੜੇ ਪ੍ਰੇਮ ਨਾਲ ਰਾਣੀ ਦੀ ਸੇਵਾ ਕਰਿਆ ਕਰਦੀ ਸੀ। ਕਿਤਕ ਦਿਵਸ ਜਬ ਰਹਿਤ ਬਿਤਾਏ। ਜਦੋਂ ਇਉਂ ਰਹਿੰਦਿਆਂ ਕਿੰਨੇ ਕੁ ਦਿਨ ਗੁਜ਼ਰ ਗਏ। ਛਪੇ ਰਹੇ ਕਿਨ ਜਾਣ ਨਾ ਪਾਏ। ਇਹ ਲੁਕੇ ਰਹੇ, ਕਿਸੇ ਨੇ ਜਾਣਿਆ ਨਹੀਂ ਵੀ ਪਾਂਡਵ ਇੱਥੇ ਲੁਕੇ ਹੋਏ ਆ। ਉਤੋ ਭਰਾਤ ਇੱਕ ਰਾਨੀ ਕੇਰਾ। ਉਹ ਜਿਹੜੀ ਰਾਣੀ ਸੀ ਰਾਜੇ ਬੈਰਾਠ ਦੀ
ਉਸ ਦਾ ਇੱਕ ਭਰਾ ਸੀ ਜਿਹੜਾ, ਕ੍ਰੀਚਕ ਅਖਾਏ ਬਲੀ ਬਡੇਰਾ। ਉਹਦਾ ਨਾਮ ਕ੍ਰੀਚਕ ਸੀ ਤੇ ਬੜਾ ਬਲੀ ਸੀ ਉਹ। ਸਹਿਜ ਸੁਭਾਏ ਸੁਸਾ ਢਿਗ ਆਵਾ। ਉਹ ਸੁਤੇ ਸਦੀ ਆਪਣੇ ਭੈਣ ਨੂੰ ਮਿਲਣ ਵਾਸਤੇ ਆਇਆ ਕੋਲ। ਦ੍ਰੋਪਦ ਸੁਤਾ ਕੋ ਪਿਖ ਬਿਰਮਾਵਾ। ਤਾਂ ਜਿਸ ਵੇਲੇ ਦ੍ਰੋਪਤਾ ਜੀ ਦਾ ਸੁੰਦਰ ਰੂਪ ਦੇਖਿਆ, ਇਹਦਾ ਮਨ ਡੋਲ ਗਿਆ। 10 ਸਹੰਸਰ ਗਜ ਬਲ ਜਿਸ ਮਾਹੀ। ਕਹਿੰਦੇ 10,000 ਹਾਥੀਆਂ ਦਾ ਬਲ ਸੀ ਕ੍ਰੀਚਕ ਦੇ ਵਿੱਚ। ਪ੍ਰਭਤਾ ਮਦ ਤੇ ਸੁਧ ਬੁੱਧ ਨਾਹੀ। ਇਸ ਪ੍ਰਕਾਰ ਬੜੀ ਭਾਰੀ ਸੁੰਦਰਤਾ ਦੇ ਦੇਖ ਕਰਕੇ ਐਸਾ ਲੁਭਾਏ ਮਨ ਹੋਇਆ, ਇਹਨੂੰ ਸੁਧ ਬੁੱਧ ਭੁੱਲ ਗਈ। ਲਖੇ ਬਿਲੋਚਨ ਜਬ ਰਤ ਨਾਰੇ। ਤੇ ਜਿਸ ਪ੍ਰਕਾਰ ਸੋ ਸੁੰਦਰ ਨੇਤਰਾਂ ਦੇ ਧੱਕਿਆ ਇਸਨੇ, ਮਨੋ ਸੁਭਟ ਕਿਨ ਬਾਨ ਪ੍ਰਹਾਰੇ। ਮਾਨੋ ਕਿਸੇ ਸੂਰਮੇ ਨੇ ਬਾਣ ਮਾਰ ਕਰਕੇ ਜ਼ਖਮੀ ਜਿਵੇਂ ਕੀਤਾ ਹੋਵੇ। ਮਦਨ ਉਦਦ ਹੋਵੇ ਮਗਨ ਅਧੀਰੂ। ਤੋ ਧੀਰੀ ਤੋਂ ਰਹਿਤ ਹੋ ਗਿਆ, ਮਾੜੀ ਵਾਸ਼ਨਾ ਜਾਗੀ ਇਹਦੀ। ਪਹੁੰਚੇ ਕੀਓ ਵਿਵੇਕ ਜੋ ਤੀਰੂ। ਤੋ ਇਸ ਪ੍ਰਕਾਰ ਸੋ ਕਿਉਂ ਕਹਿੰਦੇ ਕਿਸ ਤਰ੍ਹਾਂ ਕਹਿੰਦੇ ਵਿਵੇਕ ਵਿਚਾਰ ਕਿਵੇਂ ਨੇੜੇ ਆ ਸਕਦੀ ਹੈ ਜੀ, ਮੱਤ ਮਾਰੀ ਗਈ ਉਸ ਵੇਲੇ। ਕਾਇਲ ਜਯੋ ਤਿਹ ਛਿਨ ਤਰਫਾਵਾ। ਜਿਵੇਂ ਕਿਸੇ ਜ਼ਖਮੀ ਜਿਵੇਂ ਤੜਫਦਾ, ਇਮੋ ਤੜਫਿਆ ਦੁਖੀ ਹੋ ਕੇ। ਕਾਮਾਤੁਰ ਹੋਵੇ ਬਚਨ ਲਾਵਾ। ਬੜਾ ਮਾੜੀ ਵਾਸ਼ਨਾ ਦੇ ਅਧੀਨ ਹੋ ਕਰਕੇ ਕਹਿਣ ਲੱਗਾ, ਹੇ ਦਾਸੀ ਤੂੰ ਲਾਗਤ ਪਿਆਰੀ। ਤੇ ਹੇ ਗੋਲੀ ਤੂੰ ਮੈਨੂੰ ਪਿਆਰੀ ਲੱਗਦੀ ਹੈ। ਮਿਲਹੁ ਆਨ ਮੁਰ ਅੰਗ ਸੰਗਾਰੀ। ਤੂੰ ਆਣ ਕਰਕੇ ਮੇਰੇ ਨਾਲ ਮਿਲਾਪ ਕਰ। ਬਦਨ ਬਲੋਕੇ ਮਦਨ ਵਿਸਾਲਾ। ਇਸ ਪ੍ਰਕਾਰ ਦੇਖ ਕਰਕੇ ਮੁਖ ਦੇ ਤਾਈ ਇਸ ਦੇ ਮਨ ਦੀ ਵਾਸ਼ਨਾ ਭੜਕੀ ਹੈ। ਜਾਗਿਓ ਰਿਦੇ ਕੇਲ ਕਰ ਬਾਲਾ। ਇਸ ਪ੍ਰਕਾਰ ਮਾੜਾ ਵਿਚਾਰ ਇਸ ਦਾ ਬਣ ਗਿਆ। ਦੋਹਰਾ ਦ੍ਰੋਪਦ ਸੁਤਾ ਸੁਨ ਕਹਿਤ ਭੀ। ਇਸ ਪ੍ਰਕਾਰ ਦ੍ਰੋਪਦਾ ਜੀ ਨੇ ਇਹਦੀ ਗੱਲ ਸੁਣ ਕੇ ਕਿਹਾ, ਗੰਧਰਵ ਮਮ ਰਖਵਾਰ। ਮੇਰੇ ਰਾਖੇ 5 ਗੰਧਰਵ ਨੇ। ਕਾਮ ਦ੍ਰਿਸ਼ਟ ਜੇ ਦੇਖਹੀ। ਦੇਖ ਜੇ ਮਾੜੀ ਨਿਗਾਹ ਮੇਰੇ ਵੱਲ ਕੀਤੀ ਤਾਂ ਕਰਹਿ ਸੇ ਤੋਰ ਸੰਗਾਰ। ਉਹ ਤੈਨੂੰ ਮਾਰ ਦੇਣਗੇ, ਇਸ ਵਾਸਤੇ ਮੇਰੇ ਵੱਲ ਮਾੜੀ ਨਿਗਾਹ ਨਾ ਕਰ। ਚੌਪਈ ਮਦਨੰ ਮਦ ਹੋਏ ਕਛੂ ਨਾ ਮਾਨਾ। ਪਰ ਉਸ ਕ੍ਰੀਚਕ ਨੇ ਇਸ ਪ੍ਰਕਾਰ ਕੋਈ ਗੱਲ ਨਾ ਮੰਨੀ ਹੈ। ਦੌਰਿਓ ਗਹਿਨ ਪਾਨ ਮਹਿਪਾਨਾ। ਉਹ ਝਟ ਉੱਠ ਕਰਕੇ ਭੱਜ ਕਰਕੇ ਪਕੜਨ ਵਾਸਤੇ ਦ੍ਰੋਪਦਾ ਨੂੰ ਫੜਨ ਲਈ ਉੱਠਿਆ ਤਾਂ ਕਰੇ ਤਰਾਸ ਧਾਈ ਸਸ ਜੈਸੇ। ਇਸ ਪ੍ਰਕਾਰ ਡਰਦੀ ਮਾਰੀ ਉਹ ਭੱਜ ਕਰਕੇ ਗਈ ਹੈ। ਰਾਹੋ ਭੀਤ ਬਾਸਵ ਢਿਗ ਤੈਸੇ। ਜਿਸ ਤਰੀਕੇ ਦੇ ਨਾਲ ਰਾਹੂ ਜਿਹੜਾ ਹੈ ਜਾ ਕੇ ਇੰਦਰ ਕੋਲ ਗਿਆ ਸੀ, ਇਸ ਪ੍ਰਕਾਰ ਕਹਿੰਦੇ ਭਾਵ ਹੈ ਕਿ ਭੱਜ ਕਰਕੇ ਰਾਜੇ ਦੇ ਕੋਲ ਗਈ ਹੈ ਸਭਾ ਵਿੱਚ। ਜਹ ਬਰਾਠ ਹੈ ਸਭਾ ਲਗਾਈ। ਰਾਜਾ ਬਰਾਟ ਸਭਾ ਲਾ ਕੇ ਬੈਠਾ ਸੀ ਜਿੱਥੇ। ਊਚ ਪੁਕਾਰਤ ਦੌਰਤ ਆਈ। ਉੱਚੀ ਚੀਕਾਂ ਮਾਰਦੀ ਪੁਕਾਰਦੀ ਹੋਈ ਰਾਜੇ ਦੀ ਸਭਾ ਵਿੱਚ ਗਈ ਹੈ। ਧਰਮਜ ਭੀਮ ਨਕੁਲ ਸਹਦੇਵਾ। ਇਹ 5 ਪਾਂਡਵ ਜਿਹੜੇ ਸੀ ਰਾਜੇ ਦੀ ਕਚਹਿਰੀ ਚ ਕੋਲ ਬੈਠੇ ਸਨ। ਬੈਠੇ ਕਰਹਿ ਨਿਰਪਤ ਕੀ ਸੇਵਾ। ਰਾਜੇ ਦੀ ਸੇਵਾ ਕਰਦੇ ਸਨ। ਦ੍ਰੋਪਦ ਸੁਤਾ ਚਿਤ ਹੋਵੇ ਅਤ ਆਰਤ। ਬਹੁਤ ਦੁਖੀ ਹੋ ਕਰਕੇ ਦ੍ਰੋਪਦਾ ਨੇ ਉਸ ਵੇਲੇ ਗਈ ਭੂਪ ਢਿਗ ਦੁਖਤ ਪੁਕਾਰਤ। ਦੁੱਖ ਨਾਲ ਪੁਕਾਰਦੀ ਹੋਈ ਕਹਿੰਦੇ ਰਾਜੇ ਦੇ ਪਾਸ ਗਈ ਹੈ। ਸਰਬ ਲੋਕ ਅਵਲੋਕਤ ਲੋਚਨ। ਸਾਰੇ ਲੋਕ ਦੇਖਦੇ ਸਨ ਅੱਖਾਂ ਦੇ ਨਾਲ। ਕਰ ਨਾ ਸਕਿਓ ਤਿਹ ਕੋ ਮੋਚਨ। ਕੋਈ ਵੀ ਛੁਡਾ ਨਹੀਂ ਸਕਿਆ ਹੈ ਇਸ ਪ੍ਰਕਾਰ ਕ੍ਰੀਚਕ ਦੇ ਕੋਲੋਂ। ਇੰਨੇ ਕਹਿੰਦੇ ਬਸ਼ਰਮ ਲੋਕ ਸਨ ਰਾਜਾ ਆਦਿਕ ਕਿ ਇੱਕ ਅਬਲਾ ਦੀ ਇੱਜ਼ਤ ਨੂੰ ਨਹੀਂ ਬਚਾ ਸਕੇ। ਦੋਹਰਾ ਕ੍ਰੀਚਕ ਧਾਇਓ ਸੰਗ ਤਿਹ। ਇਸ ਪ੍ਰਕਾਰ ਭੱਜ ਕਰਕੇ ਮਗਰ ਕ੍ਰੀਚਕ ਗਿਆ। ਪਕਰੀ ਸਭਾ ਮਝਾਰ। ਸਭਾ ਵਿੱਚ ਜਾ ਕਰਕੇ ਰਾਜੇ ਦੇ ਕੋਲ ਸਭਾ ਦੇ ਵਿੱਚ ਹੀ ਉਸ ਨੂੰ ਪਕੜ ਲਿਆ ਹੈ। ਮਹਾਬਲੀ ਤਿਹ ਜਾਣ ਕੇ। ਵੱਡਾ ਭਾਰੀ ਬਲੀ ਜਾਣ ਕੇ ਸਾਰਿਆਂ ਨੇ। ਨਿਰਪਤ ਨਾ ਕੀਏ ਹਟਕਾਰ। ਤੇ ਰਾਜੇ ਨੇ ਰੋਕਿਆ ਨਹੀਂ, ਇਸ ਪ੍ਰਕਾਰ ਭੈ ਖਾਂਦਾ ਸੀ ਉਹਦੇ ਕੋਲੋਂ। ਚੌਪਈ ਕੁੰਜਰ ਲਤਾ ਕਰਖ ਜਿਉ ਲੀਨੀ। ਕਹਿੰਦੇ ਜਿਸ ਤਰੀਕੇ ਦੇ ਨਾਲ ਹਾਥੀ ਜਿਹੜਾ ਨਾ ਦਰਖਤ ਤੋਂ ਵੇਲ ਖਿੱਚ ਲੈਂਦਾ ਸੁੰਡ ਨਾਲ, ਇਉਂ ਕਹਿੰਦੇ ਉਸ ਨੂੰ ਵਿਚਾਰੀ ਨੂੰ ਇਸ ਨੇ ਪਕੜ ਲਿਆ ਹੈ। ਗਹਿ ਕੇ ਲਾਤ ਪ੍ਰਹਾਰਨ ਕੀਨੀ। ਫੜ ਕਰਕੇ ਤੇ ਉਹਨੂੰ ਲੱਤ ਮਾਰੀ ਹੈ ਜ਼ੋਰ ਦੇ ਨਾਲ। ਭੀਮ ਬਲੋਕ ਤਰਿਸ ਉਰ ਭਰਾ। ਤੇ ਭੀਮ ਵੇਖ ਕੇ ਸੂਰਮਾ ਸੀ, ਮਨ ਵਿੱਚ ਵੀਰ ਰਸ ਜਾਗਿਆ ਇਸ ਦੇ ਵੀ ਹੋਵੇ ਕੌਣ ਕਹਿੰਦੇ ਸਾਡੀ ਧਰਮ ਪਤਨੀ ਨੂੰ ਛੇੜਨ ਵਾਲਾ। ਇਉਂ ਜਿਸ ਵੇਲੇ ਉਸ ਦੇ ਨੇਤਰ ਲਾਲ ਹੋਏ ਤੇ ਡੌਲੇ ਫੜਕੇ ਅਰਨ ਬਲੋਚਨ ਆਨਨ ਕਰਾ। ਤੇ ਜਿਸ ਵੇਲੇ ਚਿਹਰੇ ਦਾ ਰੰਗ ਲਾਲ, ਨੇਤਰ ਲਾਲ ਹੋ ਗਏ ਇਸ ਪ੍ਰਕਾਰ ਭੀਮ ਦੇ। ਧਰਮਜ ਬਰਜਿਓ ਨੈਨਨ ਸੈਨਾ। ਤਾਂ ਕਹਿੰਦੇ ਜਿਹੜੇ ਧਰਮਪੁੱਤ ਯੁਧਿਸ਼ਟਰ ਨੇ ਨੇਤਰਾਂ ਦੀ ਸੈਨਤ ਕਰਕੇ ਕਿਹਾ ਵੀ ਆਪਾਂ ਗੁਪਤ ਰਹਿਣਾ, ਤੇ ਜੇ ਇੱਥੇ ਤੂੰ ਇਹਦੇ ਨਾਲ ਹੱਥੋਂ ਪਾਈ ਹੋਇਆ ਕੋਈ ਗੱਲ ਕੀਤੀ ਤੇ ਪ੍ਰਗਟ ਹੋਣਾ ਪਊ।
ਆਪਾਂ ਛੁਪ ਕੇ ਰਹਿਣਾ ਹੈ, ਚੁੱਪ ਕਰ। ਇਉਂ ਕਹਿੰਦੇ ਇਸ਼ਾਰੇ ਨਾਲ ਚੁੱਪ ਕਰਾ ਦਿੱਤਾ। ਪ੍ਰਗਟ ਹੋਣ ਡਰ ਬੋਲ ਨ ਬੈਨਾ। ਇਸ ਪ੍ਰਕਾਰ ਕੋਈ ਬਚਨ ਨਹੀਂ ਬੋਲਿਆ ਵੀ ਅਸੀਂ ਪ੍ਰਗਟ ਨਾ ਹੋ ਜਾਈਏ ਕਿਤੇ। ਮਹਾਬਲੀ ਬੈਠੇ ਪਤ ਪਾਸੂ। ਪਤੀ ਮਹਾਬਲੀ ਸਨ, ਕੋਲ ਬੈਠੇ ਸਨ। ਤਹ ਤੇ ਗਹਿ ਲੈ ਚੱਲਾ ਅਵਾਸੂ। ਉਹਨਾਂ ਦੇ ਸਾਹਮਣੇ ਪਕੜ ਕਰਕੇ ਜਦੋਂ ਦ੍ਰੋਪਤਾ ਨੂੰ ਲੈ ਚੱਲਿਆ, ਰੋਏ ਪਾਂਡਵ ਮਿਲ ਤਿਹ ਥਾਈ। ਤੋ ਮਿਲ ਕਰਕੇ ਉਸ ਵੇਲੇ ਰੋਏ ਨੇ ਵੀ ਯਾਰੋ ਕੀ ਕਰੀਏ। ਕਹਿੰਦੇ ਐਸਾ ਕਹਿੰਦੇ ਸਮਾਂ ਬਣ ਗਿਆ, ਦੇਖ ਲਓ ਆਪਣੀ ਇੱਜ਼ਤ ਨਹੀਂ ਬਚਾ ਸਕਦੇ। ਹੋਣਹਾਰ ਨਹਿ ਟਲੇ ਟਲਾਈ। ਦੇਖੋ ਜਿਹੜੀ ਹੋਣੀਆਂ ਟਲਦੀ ਨਹੀਂ ਹੈ, ਭਾਵੇਂ ਕਿੰਨਾ ਕੋ ਬਲੀ ਹੋਵੇ। ਅਦਕ ਦੁਖੀ ਹੋਏ ਮਨ ਮਾਹੀ। ਬਹੁਤ ਦੁਖੀ ਹੋ ਕੇ ਮਨ ਵਿੱਚ। ਬਿਨਾ ਗਿਆਨ ਕਿਹ ਕਬ ਸੁਖ ਨਾਹੀ। ਦੇਖੋ ਗਿਆਨ ਤੋਂ ਬਿਨਾਂ ਕਦੇ ਕਿਸੇ ਨੂੰ ਸੁੱਖ ਨਹੀਂ ਮਿਲਦਾ ਹੈ, ਦੱਸਦੇ ਹਨ। ਦੋਹਰਾ ਇਹ ਪ੍ਰਸੰਗ ਪੂਰਨ ਕਹੋ। ਕਹਿੰਦੇ ਨੇ ਕਵੀ ਜੀ ਮੈਂ ਪੂਰਾ ਪ੍ਰਸੰਗ ਹੀ ਤੁਹਾਨੂੰ ਸੁਣਾਉਂਦਾ ਹਾਂ, ਸੁਣੋ। ਸੁਨੋ ਸੰਤ ਇਤਿਹਾਸ। ਇਹ ਸੰਤ ਜਨੋ ਇਸ ਇਤਿਹਾਸ ਨੂੰ ਸੁਣੋ। ਦ੍ਰੋਪਦ ਸੁਤਾ ਦੁਖ ਆਤੁਰੀ। ਤੋ ਇਸ ਪ੍ਰਕਾਰ ਦ੍ਰੋਪਦ ਰਾਜੇ ਦੀ ਪੁੱਤਰੀ ਜਿਹੜੀ ਸੀ ਉਹ ਦੁਖੀ ਹੋ ਗਈ। ਕਹਿਤ ਨ੍ਰਿਪਤ ਕੇ ਪਾਸ। ਰਾਜੇ ਨੇ ਇਸ ਪ੍ਰਕਾਰ ਕਹਿੰਦੀ ਹੈ, ਚੌਪਈ ਤ੍ਰਿਗ ਭੂਪਤ ਤੂੰ ਵੱਡੋ ਕੁਧਰਮੀ। ਇਸ ਪ੍ਰਕਾਰ ਰਾਜੇ ਵਿਰਾਟ ਤੋਂ ਵੱਡਾ ਹੀ ਖੋਟਾ ਧਰਮੀ ਆ। ਕਹਿੰਦੇ ਤਰਕਾਰ ਹੈ ਤੇਰੇ ਰਾਜ ਨੂੰ। ਲਖੀ ਸਭਾ ਜਬ ਤੋਰ ਕੋ ਕਰਮੀ। ਤੋ ਤੇਰੀ ਸਭਾ ਜਿਹੜੀ ਆ ਉਹ ਵੀ ਦੇਖ ਲਈ ਮੈਂ, ਉਹ ਵੀ ਖੋਟੇ ਕਰਮਾਂ ਵਾਲੀ ਹੈ। ਬਾਮੀ ਅਗੀ ਦੁਸ਼ਟ ਮਤ ਵਾਰੋ। ਦੁਸ਼ਟ ਹਨ, ਭੈੜੀ ਮੱਤ ਵਾਲੇ ਹਨ ਸਾਰੇ ਹੀ, ਜਿਹੜੇ ਕਿਸੇ ਦਾ ਧਰਮ ਨਹੀਂ ਬਚਾ ਸਕਦੇ। ਤ੍ਰਿਗ ਤੁਮਹਿ ਨਹਿ ਕਰਤ ਨਿਵਾਰੋ। ਇਸ ਪ੍ਰਕਾਰ ਤਰਕਾਰ ਹੈ ਤੈਨੂੰ ਕਿ ਤੂੰ ਮੇਰਾ ਸੰਕਟ ਨਹੀਂ ਨਿਵਾਰ ਸਕਿਆ, ਕਿਸੇ ਦਾ ਧਰਮ ਨਹੀਂ ਬਚਾ ਸਕਦਾ। ਸਭਾ ਵਿਖੇ ਬੈਸੇ ਤ੍ਰਿਗ ਤਿੰਨ ਕੋ। ਜਿਹੜੇ ਸਭਾ ਵਿੱਚ ਬੈਠੇ ਸਾਰਿਆਂ ਨੂੰ ਧਰਕਾਰਾਂ ਪਾਈਆਂ ਉਸ ਵੇਲੇ ਦੁਖੀ ਹੋ ਕੇ। ਦੇਖੋ ਸ਼ੀਨ ਭਇਓ ਬਲ ਜਿਨ ਕੋ। ਕਹਿੰਦੇ ਦੇਖੋ ਜਿਹੜੇ ਵੱਡੇ ਵੱਡੇ ਬਲੀ ਬਣੇ ਫਿਰਦੇ ਸੂਰਮੇ, ਕਹਿੰਦੇ ਸਾਰਾ ਬਲ ਹੀ ਇਹਨਾਂ ਦਾ ਗਿਆ ਕਿਤੇ। ਬਹੁ ਕਬੋਲ ਬੋਲਤ ਭੀ ਬਿਹਬਲ। ਬੜੀ ਵਿਅਕ ਭਰਾ ਕਰਕੇ ਤੇ ਸਾਰਿਆਂ ਨੂੰ ਇਸ ਪਰ ਤਾਨੇ ਮਿਹਣੇ ਮਾਰੇ ਇਸਨੇ ਉਸ ਵੇਲੇ। ਚੱਲਿਓ ਐ ਚੱਲੇ ਬਲ ਕਰ ਨਿਜ ਥਲ। ਤੋ ਜਿਸ ਵੇਲੇ ਬੜੇ ਬਲ ਦੇ ਸਹਿਤ ਇਹਨੂੰ ਪਕੜ ਕਰਕੇ ਆਪਣੇ ਥਾਂ ਤੇ ਲੈ ਕੇ ਚੱਲਿਆ ਦ੍ਰੋਪਦਾ ਨੂੰ। ਸਰਬ ਦਿਸਨ ਤੇ ਆਸ ਚੁਕਾਈ। ਸਭ ਪਾਸੋਂ ਆਸ ਚੁਕਾ ਦਿੱਤੀ ਦ੍ਰੋਪਦਾ, ਹੁਣ ਮੇਰੀ ਇੱਜ਼ਤ ਕੋਈ ਬਚਾ ਨਹੀਂ ਸਕਦਾ ਹੈ। ਛੁਟਨ ਹੇਤ ਨਿਜ ਕੀਨੋ ਪਾਈ। ਤੇ ਫੇਰ ਕਹਿੰਦੀ ਵੀ ਹੁਣ ਆਪਣਾ ਹੀ ਕੋਈ ਅਕਲ ਦਾ ਬਲ ਵਰਤੀਏ, ਆਪਣਾ ਛੁਟਕਾਰਾ ਕਰੀਏ। ਅਰਧ ਪੰਥ ਪਹੁੰਚੀ ਜਬ ਆਈ। ਜਦੋਂ ਅੱਧਾ ਕੁ ਰਸਤਾ ਕਹਿੰਦੇ ਲੈ ਗਿਆ ਨਾ ਆਪਣੇ ਘਰ ਵੱਲ ਨੂੰ ਇੱਕ ਰੀਚਕ। ਕ੍ਰੀਚਕ ਸੋ ਤਬ ਗਿਰਾ ਅਲਾਈ। ਤਾਂ ਉਸ ਵੇਲੇ ਦ੍ਰੋਪਦਾ ਨੇ ਦਾ ਖੇਡਿਆ ਅਕਲ ਦੇ ਨਾਲ, ਉਹਨੂੰ ਕਹਿਣ ਲੱਗੀ ਉਸ ਵੇਲੇ, ਦੋਹਰਾ ਜਬ ਜਾਮਨ ਹੋਵੇ। ਜੇ ਕਹਿਣ ਲੱਗੀ ਵੀ ਦੇਖ ਜਦੋਂ ਹੁਣ ਰਾਤ ਸਮਾਂ ਹੋਵੇਗਾ, ਮਿਲਹੁ ਤਬ ਤੁਮ ਆਏ। ਤੇ ਮੈਂ ਆਪੇ ਤੈਨੂੰ ਆਣ ਕੇ ਮਿਲ ਪਵਾਂਗੀ। ਤਜੀਏ ਅਬ ਮੋਕੋ ਦਿਵਸ। ਹੁਣ ਦੇਖ ਦਿਨ ਦਾ ਸਮਾਂ ਹੈ, ਹੁਣ ਮੈਨੂੰ ਛੱਡ ਦੇ। ਨਿਜ ਸੰਕੇਤ ਬਤਾਏ। ਤੂੰ ਮੈਨੂੰ ਆਪਣਾ ਕੋਈ ਸੰਕੇਤ ਜਗ੍ਹਾ ਦੱਸ ਦੇ, ਥਾਂ ਜਿੱਥੇ ਮੈਂ ਆਵਾਂ। ਚੌਪਈ ਇਸ ਬਿਦ ਸੁਨ ਕ੍ਰੀਚਕ ਹਰ ਖਾਨਾ। ਕ੍ਰੀਚਕ ਬੜਾ ਖੁਸ਼ ਹੋ ਗਿਆ ਸੁਣ ਕਰਕੇ। ਬਿਗਸ ਬਦਨ ਤੇ ਬਚਨ ਬਖਾਨਾ। ਬੜਾ ਖੁਸ਼ ਹੋ ਕਰਕੇ ਮਨ ਤੋਂ ਮੂੰਹ ਤੋਂ ਕਹਿਣ ਲੱਗਾ ਬਚਨ ਇਸਦੇ ਤਾਈ। ਨਿਸਾ ਹੋਤ ਸੁਨੀ ਚਟ ਸਾਰੂ। ਦੇਖ ਰਾਤ ਨੂੰ ਆ ਜਿਹੜੀ ਪਾਠਸ਼ਾਲਾ ਜਿਹਨੂੰ ਸਕੂਲ ਕਹਿੰਦੇ ਆਪਾਂ, ਇਹ ਰਾਤ ਨੂੰ ਖਾਲੀ ਹੁੰਦਾ ਹੈ। ਤਹਾਂ ਆਏ ਮਿਲ ਮੋਹਿ ਸੰਗਾਰੂ। ਤੇ ਉੱਥੇ ਆਣ ਕਰਕੇ ਮਿਲ ਪਵੀਂ। ਜੇ ਜਾਮਨ ਕੋ ਨਹਿ ਤੁਮ ਆਈ। ਪਰ ਦੇਖ ਲੈ ਜੇ ਰਾਤ ਨੂੰ ਤੂੰ ਮੇਰੇ ਕੋਲ ਨਾ ਆਈ ਤਾਂ ਹੋਰ ਭਈ ਤੇ ਲਿਉ ਗਹਾਈ। ਤਾਂ ਮੈਂ ਸਵੇਰੇ ਫਿਰ ਤੈਨੂੰ ਇਸੇ ਤਰ੍ਹਾਂ ਪਕੜ ਕੇ ਲੈ ਆਉਂਗਾ। ਛੁੱਟੀ ਸਿੰਘ ਤੇ ਮਿਰਗੀ ਜੈਸੇ। ਜਿਸ ਤਰ੍ਹਾਂ ਸ਼ੇਰ ਕੋਲੋਂ ਕਿਤੇ ਹਰਨੀ ਛੁੱਟ ਜਾਵੇ, ਇਸ ਤਰ੍ਹਾਂ ਛੁਟਕਾਰਾ ਹੋਇਆ। ਗਮਨਿਓ ਸਦਨ ਵਿਖੇ ਤਜ ਤੈਸੇ। ਤੋ ਛੱਡ ਕਰਕੇ ਇਸ ਤਰ੍ਹਾਂ ਭੱਜ ਕਰਕੇ ਆਈ ਘਰ ਆਪਣੇ। ਬਿਥਰੇ ਬਾਰ ਬਦਨ ਕੁਮਲਾਨੋ। ਤੋ ਬਾਲ ਖਿਲਰੇ ਹੋਏ ਹਨ, ਚਿਹਰਾ ਕੁਮਲਾਇਆ ਹੋਇਆ ਸੀ ਉਸ ਵੇਲੇ। ਘਿਰਿਓ ਤੀਮਤੀ ਘਿਰਿਓ ਤਮੀਪਤ ਤਮ ਨੈਣ ਮਾਨੋ। ਤੇ ਮਾਨੋ ਇਸ ਪ੍ਰਕਾਰ ਜਿਵੇਂ ਹਨੇਰੇ ਨੇ ਘੇਰਿਆ ਹੋਵੇ। ਸੁਕੇ ਅਧਰ ਸਿਥਲ ਸਭ ਅੰਗਾ। ਤੋ ਸਾਰੇ ਅੰਗ ਕਮਜ਼ੋਰ ਹਨ, ਅਦਰ ਬੁੱਲ ਸੁੱਕੇ ਹੋਏ ਹਨ। ਲਪਟ ਧੂਲ ਤਨ ਭਇਓ ਕੁਰੰਗਾ। ਇਸ ਪ੍ਰਕਾਰ ਖੋਟਾ ਰੰਗ ਹੋ ਗਿਆ ਧੂੜ ਵਿੱਚ ਲਿਬੜ ਕਰਕੇ। ਦੋਹਰਾ ਭੂਪ ਉਠਾ ਸਭ ਸਭਾ ਸੋ। ਰਾਜਾ ਜਿਸ ਵੇਲੇ ਸਭਾ ਚ ਉੱਠਿਆ ਹੈ ਤਾਂ ਹੋਤ ਭਈ ਜਬ ਰੈਨ। ਜਦੋਂ ਰਾਤ ਦਾ ਸਮਾਂ ਹੋਇਆ, ਪੁਰਬ ਸੂਰ ਪਾਂਡਵ ਗਏ। ਉਹ ਕਹਿੰਦੇ ਨੇ ਪਾਂਡਵ ਝੂਰਦੇ ਹੋਏ ਗਏ ਹਨ ਆਪਣੇ ਥਾਵਾਂ ਤੇ। ਜਹ ਜਹ ਤਿਨ ਕੇ ਐਨ। ਜਿੱਥੇ ਜਿੱਥੇ ਇਹਨਾਂ ਦੇ ਰਹਿਣ ਦੇ ਟਿਕਾਣੇ ਸੀ ਗਏ ਬੜੇ ਝੂਰੇ ਹਨ। ਚੌਪਈ ਭੋਜਨ
ਕਰਨ ਹੁਤੀ ਜਿਹ ਥਾਈ। ਭੋਜਨ ਕਰਨ ਦੀ ਜਿਹੜੀ ਜਗ੍ਹਾ ਸੀ, ਬੈਠਿਓ ਭੀਮ ਤਹਾਂ ਪਛਤਾਈ। ਭੀਮ ਉੱਥੇ ਬੈਠਾ ਹੋਇਆ ਬੜਾ ਪਛਤਾ ਰਿਹਾ ਹੈ ਵੀ ਬੜਾ ਸੰਕਟ ਬਣਿਆ ਸਾਡੇ ਤੇ। ਹੋਏ ਤਿਮਰ ਦ੍ਰੋਪਦੀ ਆਈ। ਹਨੇਰਾ ਹੋਇਆ ਤੇ ਦ੍ਰੋਪਦੀ ਆਈ ਹੈ ਕੋਲ। ਰੋਏ ਭੀਮ ਕੇ ਗਰ ਲਪਟਾਈ। ਭੀਮ ਦੇ ਗਲ ਨਾਲ ਲਾ ਕਰਕੇ ਰੋਈ ਹੈ। ਤਾਰ ਬ੍ਰਿਖ ਜਿਉ ਲਤਾ ਸੋ ਲਾਗੀ। ਜਿਸ ਤਰ੍ਹਾਂ ਤਾੜ ਦਾ ਦਰਖਤ ਹੋਵੇ ਤੇ ਨਾਲ ਵੇਲ ਲੱਗੀ ਹੋਵੇ, ਇਉਂ ਆਪਣੇ ਪਤੀ ਦੇ ਨਾਲ ਦੁੱਖ ਰੋਇਆ। ਰੋਵਤ ਜਨ ਧੋਵਤ ਦੁਖ ਦਾਗੀ। ਰੋਂਦੀ ਹੈ ਜਿਸ ਪ੍ਰਕਾਰ ਆਪਣੇ ਦੁੱਖਾਂ ਨੂੰ ਧੋਂਦੀ ਹੈ। ਮੁਖ ਤੇ ਵਾਕ ਨ ਜਾਏ ਬਖਾਨਾ। ਮੂੰਹ ਤੋਂ ਕੋਈ ਗੱਲ ਕਹੀ ਨਹੀਂ ਜਾਂਦੀ ਹੈ। ਗਦ ਗਦ ਗਿਰਾ ਪਰਮ ਡਰ ਮਾਨਾ। ਬੜਾ ਭਾਰੀ ਇਸ ਪ੍ਰਕਾਰ ਡਰ ਬਹੁਤ ਹੈ। ਦੂਸਰੇ ਪਾਸੇ ਕਹਿੰਦੇ ਗਲੇ ਚੋਂ ਬੋਲ ਨਹੀਂ ਨਿਕਲਦਾ ਹੈ। ਧਰ ਧੀਰਜ ਪੁਨ ਬੈਨ ਉਚਾਰੇ। ਫਿਰ ਬੜਾ ਧੀਰਜ ਧਾਰ ਕਰਕੇ ਬਚਨ ਕੀਤਾ। ਪਾਂਚੋ ਪਤ ਤੁਮ ਮੋਹ ਰਖਵਾਰੇ। ਮੇਰੇ ਪੰਜੇ ਪਤੀ ਹੋ ਤੁਸੀਂ, ਮੇਰੀ ਰੱਖਿਆ ਕਰਨ ਵਾਲੇ ਹੋ। ਮਹਾਸੂਰ ਅਤ ਬਲੀ ਧਨੁਰ ਧਰ। ਤੁਸੀਂ ਧਨਖ ਨੂੰ ਧਾਰਨ ਵਾਲੇ ਐਡੇ ਮਹਾਨ ਬਲੀ ਹੋ। ਤੁਮ ਹੋਵਤ ਸਤ ਟਾਰਤ ਬਲ ਕਰ। ਤੁਹਾਡੇ ਹੁੰਦਿਆਂ ਸੁੰਦਿਆਂ ਹੀ ਜ਼ਬਰਦਸਤੀ ਧੱਕੇ ਦੇ ਨਾਲ ਮੇਰਾ ਸੱਤ ਤੋੜਨਾ ਚਾਹੁੰਦਾ ਹੈ। ਦੋਹਰਾ ਕਹਾ ਮਿਲਨ ਸੰਕੇਤ ਕੋ। ਤੋ ਉਸ ਵੇਲੇ ਭੀਮ ਨੇ ਪੁੱਛਿਆ ਤਾਂ ਉਸ ਵੇਲੇ ਕਹਿਣ ਲੱਗਾ ਵੀ ਚੱਲ ਤੂੰ ਕਿਸ ਤਰ੍ਹਾਂ। ਉਹਨੇ ਦੱਸਿਆ ਵੀ ਮੈਂ ਇਸ ਤਰੀਕੇ ਨਾਲ ਉਹਦੇ ਨਾਲ ਸੰਕੇਤ ਇਸ਼ਾਰਾ ਦਿੱਤਾ ਹੋਇਆ ਹੈ ਉਸਨੇ। ਜੋ ਨਾ ਜਾਉ ਤਿਹ ਪਾਸ। ਜੇ ਅਗਰ ਮੈਂ ਉਹਦੇ ਕੋਲ ਨਾ ਗਈ ਅੱਜ ਰਾਤ ਨੂੰ, ਹੋਰ ਭਈ ਲੈ ਜਾਵਈ। ਤੇ ਸਵੇਰ ਨੂੰ ਆਣ ਕੇ ਫਿਰ ਪਕੜ ਕੇ ਲੈ ਜੂ, ਕੋਈ ਰਾਖਾ ਨਹੀਂ ਹੋਣਾ ਮੇਰਾ। ਗਹਿ ਕਰ ਆਪਨ ਆਵਾਸ। ਮੈਨੂੰ ਆਪਣੇ ਘਰ ਵਿੱਚ ਲੈ ਜਾਵੇਗਾ। ਸਵਈਆ ਸੀਤਲ ਸਵਾਸ ਭਰੇ ਕਹਿ ਬੈਨ। ਤੋ ਇਉਂ ਠੰਡੇ ਹੋ ਕੇ ਭਰੇ ਹਨ ਇਉਂ ਬਚਨ ਕਰਕੇ। ਬਲੋਚਨ ਤੇ ਜਲ ਨਾ ਠਹਿਰਾਈ। ਨੇਤਰਾਂ ਵਿੱਚੋਂ ਇਸ ਪ੍ਰਕਾਰ ਅਥਰੂ ਨਹੀਂ ਟਿਕਦੇ ਹਨ। ਚਿੰਤ ਵੱਡੀ ਸਰਤਾ ਮਹਿਬੂਡ। ਬਹੁਤ ਭਾਰੀ ਚਿੰਤਾ ਦੇ ਵਿੱਚ ਕਹਿੰਦੇ ਮਨ ਜਿਹੜਾ ਇਸ ਪ੍ਰਕਾਰ ਡੁੱਬਿਆ ਹੋਇਆ ਹੈ। ਉਪਾਵ ਕਰਾਰ ਕੋ ਨਹਿ ਪਾਈ। ਕੋਈ ਵੀ ਯਤਨ ਰੂਪ ਕਿਨਾਰਾ ਨਹੀਂ ਮਿਲਦਾ ਵੀ ਕਿਸ ਤਰੀਕੇ ਦੇ ਨਾਲ ਹੁਣ ਕਰੀਏ। ਭੀਮ ਕਹਿਓ ਤਹ ਜਾਵਹੁ ਮੈਂ। ਤੋ ਭੀਮ ਕਹਿਣ ਲੱਗਾ ਤੂੰ ਹੁਣ ਫਿਕਰ ਨਾ ਕਰ, ਹੁਣ ਮੈਂ ਆਪੇ ਸਾਂਭ ਲੂੰਗਾ। ਕਹਿੰਦੇ ਮੈਂ ਜਾਊਂਗਾ ਉੱਥੇ ਹੁਣ। ਪੁਰ ਧੀਰ ਦਈ ਸਭ ਪੀਰ ਮਿਟਾਈ। ਕਿਉਂ ਧੀਰਜ ਦੇ ਕਰਕੇ ਦੁੱਖ ਦੂਰ ਕੀਤਾ ਦ੍ਰੋਪਦਾ ਜੀ ਦਾ। ਜਾਹੇ ਸੰਕੇਤ ਕਰਾ ਤਿਸਨੈ। ਜਿੱਥੇ ਉਹ ਇਸ਼ਾਰਾ ਸੰਕੇਤ ਨਿਸ਼ਚਾ ਕੀਤਾ ਸੀ ਥਾਂ ਦਾ, ਟਿਕਾਣੇ ਦਾ। ਸਭ ਰੀਤ ਸੋ ਮੋਹੇ ਕੋ ਦੇਹੋ ਬਤਾਈ। ਉਹ ਸਾਰੀ ਗੱਲਬਾਤ ਮੈਨੂੰ ਸਮਝਾ ਦੇ। ਦ੍ਰੋਪਦੀ ਬੈਨ ਭਨੇ ਪਤ ਸੋ। ਤੋ ਆਪਣੇ ਪਤੀ ਦੇਵ ਦੇ ਨਾਲ ਦ੍ਰੋਪਦਾ ਜੀ ਨੇ ਬਚਨ ਕੀਤੇ। ਚਟ ਸਾਰ ਬਿਖੇ ਮੋਹ ਤਾਹੇ ਬੁਲਾਈ। ਤੋ ਜਿਹੜਾ ਪਾਠਸ਼ਾਲਾ ਹੈ, ਚੜਸਾਲ ਸਕੂਲ ਹੈ, ਉੱਥੇ ਮੈਨੂੰ ਬੁਲਾਇਆ ਉਸਨੇ। ਤਾਂ ਸਮਝਾਏ ਭਲੀ ਬਿਦ ਸੋ। ਭਲੀ ਪ੍ਰਕਾਰ ਭੀਮ ਨੂੰ ਸਮਝਾ ਦਿੱਤਾ। ਨਿਜ ਥਾਨ ਬਿਖੇ ਚੱਲ ਕੇ ਪੁਨ ਆਈ। ਆਪਣੇ ਥਾਂ ਟਿਕਾਣੇ ਤੇ ਆਣ ਕਰਕੇ ਪਹੁੰਚ ਗਈ ਹੈ। ਭੋਜਨ ਖਾਏ ਅਗਾਏ ਕੈ। ਤੋ ਭੋਜਨ ਛਕ ਕਰਕੇ ਇਸਨੇ। ਭੀਮ ਚੱਲਾ ਹਿਤ ਮਾਰਨ ਕੇ। ਤੋ ਕਹਿੰਦੇ ਰੱਜ ਕੇ ਭੋਜਨ ਪ੍ਰਸ਼ਾਦ ਛਕ ਕਰਕੇ ਭੀਮ ਫਿਰ ਤਿਆਰ ਹੋਇਆ ਹੈ, ਗਿਆ ਹੈ ਮਾਰਨ ਵਾਸਤੇ। ਕ੍ਰੀਚਕ ਕੀ ਬਿਰਥਾ ਸੁਨੀਏ। ਤੋ ਕਹਿੰਦੇ ਕ੍ਰੀਚਕ ਨਹੀਂ, ਹੁਣ ਗੱਲ ਸੁਣ ਲਓ ਉਹਦੀ ਕੀ ਹਾਲਤ ਹੋਈ ਹੈ। ਦਿਨ ਬੀਤਤ ਨਾਹੇ ਰਹਿਓ ਅਕੁਲਾਈ। ਬੜਾ ਕਾਹਲਾ ਪਿਆ, ਘਬਰਾਇਆ ਹੋਇਆ, ਦਿਨ ਨਹੀਂ ਗੁਜ਼ਰਦਾ ਇਹਦੇ ਕੋਲੋਂ ਹੁਣ। ਕਬਿਤ ਚਿਤ ਬਿਖੇ ਚਿਤਵਤ ਮਿਲੇ ਕਬ ਅੰਗ ਸੰਗ। ਤੋ ਕਦੋਂ ਚਿਤ ਵੀ ਨਹੀਂ ਕਰਦਾ ਵੀ ਕਦੋਂ ਮੇਰੇ ਨਾਲ ਮੇਲ ਹੋਵੇ ਹੁਣ। ਕਰੋ ਮਨ ਭਾਉ ਕਬ ਦਿਵਸ ਬਹਾਏ ਹੈ। ਕਦੋਂ ਦਿਨ ਗੁਜਰੇ ਤੇ ਰਾਤ ਪੈ ਜਾਵੇ। ਮੀਨ ਸਮ ਤਰਫਤ ਕਾਮ ਸੋ ਪੀੜਤ ਅਤ। ਬੜਾ ਦੁਖੀ ਹੋਇਆ ਹੋਇਆ ਮੱਛੀ ਵਾਂਗੂ ਤੜਫਦਾ ਹੈ। ਮੁਕ ਸੁਖ ਦੈਨੀ ਕਬ ਦਰਸ ਦਿਖਾਏ ਹੈ। ਇਹ ਸੁਖ ਦੇਣ ਵਾਲੀ ਕਦੋਂ ਆਣ ਕੇ ਮੈਨੂੰ ਦਰਸ਼ਨ ਦਵੇ। ਚੈਨ ਨ ਪਰਤ ਇਤ ਉਤ ਹੂੰ ਕੋ ਵਿਚਰਤ। ਉਹਨੂੰ ਹੁਣ ਸ਼ਾਂਤੀ ਨਹੀਂ ਆਉਂਦੀ, ਇੱਧਰ ਉੱਧਰ ਭੱਜਾ ਫਿਰਦਾ ਹੈ। ਵਿਯੋਗ ਤੇ ਤਪਤ ਮਨ ਅਬ ਜਰ ਜਾਏ ਹੈ। ਤੋ ਇਸ ਪ੍ਰਕਾਰ ਇੰਨਾ ਕਹਿੰਦੇ ਵਿਛੋੜੇ ਕਰਕੇ ਤਪਤ ਸੜਦਾ ਹੈ ਕਿ ਕਿਤੇ ਹੁਣੇ ਸੜ ਕੇ ਸੁਆਹ ਨਾ ਹੋ ਜਾਏ। ਐਸੀ ਗਤ ਭਈ ਮਤ ਚਿਤ ਤੇ ਬਿਸਰ ਗਈ। ਮਨ ਦੇ ਵਿੱਚ ਇਸ ਪ੍ਰਕਾਰ ਇਹਦੀ ਅਕਲ ਤਾਂ ਕਿਧਰੇ ਜਾਂਦੀ ਲੱਗੀ, ਇਹੋ ਜਿਹੀ ਹਾਲਤ ਹੋਈ ਹੈ ਇਹਦੀ। ਹੋਵਤ ਪਰਦੋਖ ਕੇ ਸੋ ਉਠਿਓ ਹਰਖਾਏ ਹੈ। ਜਦੋਂ ਹੀ ਸ਼ਾਮਾਂ ਹੋਈਆਂ ਨੇ ਤੇ ਬੜਾ ਖੁਸ਼ ਹੋ ਕੇ ਉੱਠਿਆ। ਪਾਂਦੇ ਸੰਗ ਚਟਿਆ ਲੈ ਗਏ ਨਿਜ ਧਾਮ ਜਬ। ਪਾਂਦੇ ਦੇ ਸਮੇਤ ਜਿਹੜੇ ਵਿਦਿਆਰਥੀ ਸਨ ਸਕੂਲ ਦੇ ਵਿੱਚੋਂ ਚਲੇ ਗਏ ਪਾਠਸ਼ਾਲਾ ਚੋਂ। ਆਨ ਕੇ ਪਰਿਅੰਕ ਸੇਤ ਸੇਜ ਕੋ ਡਸਾਇਓ ਹੈ। ਇਹਨੇ ਪਲੰਗਾ ਡਾਹ ਲਿਆ ਚਾ ਉੱਥੇ ਆਣ ਕਰਕੇ ਇਸ ਪ੍ਰਕਾਰ ਸੋਹਣੀ ਸੇਜਾ ਵਿਛਾਈ ਹੈ। ਅਤਰ ਸੁਗੰਧ ਅੰਗ ਅੰਗ ਮੈਂ ਲਗਾਏ ਕਰ। ਤੋ ਅਤਰ ਤੇ ਸੁਗੰਧੀਆਂ ਆਦਿਕ ਲਾ ਕਰਕੇ ਬੜੀ ਖੁਸ਼ਬੂ ਫੈਲਾਈ ਇਸਨੇ। ਬੈਠਿਓ ਤਬ ਆਏ ਧਿਆਨ
ਧਿਆਨ ਤਾਹੇ ਦਿਸ ਲਾਇਓ ਹੈ। ਆਣ ਕੇ ਬੈਠ ਗਿਆ ਹੈ, ਸੇਜਾ ਬਣਾ ਕਰਕੇ ਉਧਰ ਨੂੰ ਧਿਆਨ ਲਾਇਆ ਹੈ। ਫੂਲ ਮਾਲ ਗਲੇ ਡਾਰ ਰਾਖੇ ਹੈ ਸਵਾਰ ਔਰ। ਉਹ ਕਹਿੰਦੇ ਨੇ ਇਸੇ ਤਰ੍ਹਾਂ ਨਾਲ ਫੁੱਲਾਂ ਦੀ ਮਾਲਾ ਗਲ ਚ ਪਾ ਕੇ ਹੋਰ ਕੋਲ ਫੁੱਲ ਰੱਖੇ ਹੋਏ ਹਨ। ਸੁੰਦਰ ਸਮਾਜ ਕਰ ਦੇਹ ਲਿਸ਼ਕਾਇਓ ਹੈ। ਬੜਾ ਸੋਹਣਾ ਸਮਾਜ ਬਣਾ ਕਰਕੇ ਆਪਣੀ ਦੇਹ ਨੂੰ ਲਸ਼ਕਾ ਪੁਸ਼ਕਾ ਕਰਕੇ ਬੈਠਾ ਹੈ। ਲਾਈ ਬਹੁਤ ਦੇਰ ਕਿਦੋਂ ਮਤ ਗਈ ਫੇਰ ਬੈਠੇ। ਉਹ ਇਸੇ ਨੇ ਸੋਚੀ ਜਾਂਦਾ ਹੈ, ਕਹਿੰਦੇ ਦੇਰ ਲਾ ਦਿੱਤੀ ਆ, ਕਿਤੇ ਉਹਦਾ ਮਨ ਹੀ ਬਦਲ ਗਿਆ ਹੋਣਾ। ਝੁਕ ਝੁਕ ਹੀਰ ਵੱਡੋ ਜਹਾਂ ਤਮਸ਼ਾਇਓ ਹੈ। ਉਹ ਹਨੇਰਾ ਜਿਹਲੇ ਛਾ ਗਿਆ ਹੈ, ਝੁਕ ਝੁਕ ਕੇ ਦੇਖਦਾ ਹੈ। ਭੀਮ ਜਬ ਗਇਓ ਪਗ ਖਰਕਾ ਸੁਨਤ ਭਇਓ। ਜਦੋਂ ਭੀਮ ਗਿਆ ਹੈ ਇਸ ਪ੍ਰਕਾਰ ਵਸਤਰ ਆਦਿਕ ਬਦਲ ਕਰਕੇ ਭੇਖ ਬਣਾ ਕੇ, ਤੇ ਜਦੋਂ ਪੈਰਾਂ ਦਾ ਖੜਕਾ ਹੋਇਆ ਤੇ ਬੜਾ ਖੁਸ਼ ਹੋਇਆ। ਜਾਨੀ ਸੁਖ ਦੈਨੀ ਅਬ ਮੇਰੇ ਟਿਗ ਆਈ ਹੈ। ਜਾਣਿਆ ਕਿ ਮੈਨੂੰ ਸੁਖ ਦੇਣ ਵਾਲੀ ਆ ਗਈ ਹੈ ਹੁਣ ਮੇਰੇ ਕੋਲ। ਰਿਦੇ ਹਰ ਖਾਏ ਨਿਜ ਅੰਗ ਮੈਂ ਨਾ ਮਾਏ। ਬੜਾ ਖੁਸ਼ ਹੋਇਆ, ਅੰਗਾਂ ਚ ਮਿਉਂਦਾ ਨਹੀਂ ਹੈ। ਅਬ ਕਰੋ ਕਾਮ ਕੇਲ ਮਿਲ ਭਈ ਮਨ ਭਾਈ ਹੈ। ਮੇਰੇ ਮਨ ਦੀ ਭੌਂਦੀ ਗੱਲ ਹੋ ਗਈ, ਹੁਣ ਮੌਜਾਂ ਮਾਣੂ ਮੈਂ। ਗਏ ਤੇ ਸਮੀਪ ਹਾਥ ਗਹਿਨ ਚੱਲਿਓ ਹਾਥ। ਜਦੋਂ ਨੇੜੇ ਗਿਆ ਹੈ ਭੀਮ, ਕੱਪੜੇ ਪਾਏ ਹੋਏ ਹੀ ਇਸਤਰੀਆਂ ਵਾਲੇ, ਤੇ ਜਿਸ ਵੇਲੇ ਉਸ ਨੇ ਅੱਗੇ ਹੱਥ ਵਧਾਇਆ ਬਾਂਹ ਫੜਨ ਵਾਸਤੇ, ਤਾਂ ਕੋ ਗਹਿ ਲੀਨੋ ਖੈਂਚ ਰਹਿਓ ਨਾ ਛੁਰਾਈ ਹੈ। ਤਾਂ ਭੀਮ ਨੇ ਉਹਦੀ ਐਸੀ ਬਾਂਹ ਫੜੀ ਹੁਣ ਛੁਡਾ ਨਹੀਂ ਹੁੰਦੀ। ਉਠਿਓ ਤਬ ਠਾਂਡਾ ਭਇਓ ਕੋ ਕੌਰੀ ਵਿੱਚ ਗਇਓ ਲਿਓ। ਉਹ ਕਹਿੰਦੇ ਜਦੋਂ ਉੱਠਿਆ ਨਾ ਤੇ ਭੀਮ ਨੇ ਜੱਫਾ ਮਾਰ ਲਿਆ, ਇਸਦੇ ਤਾਂ ਹੀ ਫੜ ਲਿਆ। ਸੂਰ ਪਹਿਚਾਨਿਓ ਲੱਗੇ ਕਰਨ ਲੜਾਈ ਹੈ। ਤੇ ਉਹਨੇ ਵੇਖਿਆ, ਪਛਾਣ ਲਿਆ ਹਨੇਰੇ ਦੇ ਵਿੱਚ ਇਹ ਤਾਂ ਕੋਈ ਸੂਰਮਾ ਹੈ, ਕਹਿੰਦੇ ਔਰਤ ਤਾਂ ਹੈ ਨਹੀਂ। ਫਿਰ ਕਹਿੰਦੇ ਜੰਗ ਸ਼ੁਰੂ ਹੋ ਗਿਆ ਦੋਨਾਂ ਦਾ। ਮੁਸ਼ਟ ਪ੍ਰਹਾਰ ਕਰੇ ਲੱਗੇ ਘਰੀ ਯਾਰ ਮਾਨੋ। ਤੋ ਜਿਸ ਤਰ੍ਹਾਂ ਲੋਹਾ ਘੜਦਾ ਨਾ ਕੋਈ ਲੋਹਾਰ, ਕਹਿੰਦੇ ਏਦਾਂ ਹੁਣ ਘਸੁੰਨ ਮਾਰਦੇ ਇੱਕ ਦੂਜੇ ਨੂੰ, ਬੜਾ ਖੜਕਾ ਹੁੰਦਾ ਹੈ। ਘੜਤ ਲੋਹਾਰ ਜਾਮੇ ਬਲ ਹੈ ਸਮਾਨ ਕੋ। ਉਹ ਬਰਾਬਰ ਦਾ ਹੀ ਬਲ ਹੈ। ਭੀਮ ਵੀ ਬੜਾ ਬਲੀ ਸੀ, ਕ੍ਰਿਚਕ ਵੀ ਬਲੀ ਸੀ। ਇਸ ਤਰੀਕੇ ਨਾਲ ਬਲ ਦੇ ਸਹਿਤ ਕਹਿੰਦੇ ਇਹ ਹੁਣ ਆਪੋ ਵਿੱਚ ਸੋ ਜੰਗ ਕਰਦੇ ਲੜਦੇ ਹਨ। ਕੈਦੋਂ ਗੱਜ ਦੋ ਸਿੰਘ ਸਾਰ ਦੂਲ ਸੋਊ। ਜਾਣੋ ਕਿ ਦੋ ਹਾਥੀ ਜਾਂ ਮੰਨ ਲਓ ਸਾਰਦੂਲ ਸ਼ੇਰ ਹੀ ਲੜ ਰਹੇ ਨੇ ਦੋ। ਰਿਦੇ ਕ੍ਰੋਧ ਬਹੁ ਹੋਇਓ ਨਹਿ ਪਾਏ ਕੋ ਹਾਨ ਕੋ। ਉਹ ਭਾਈ ਕ੍ਰੋਧ ਬਹੁਤ ਹੈ ਮਨਾਂ ਦੇ ਵਿੱਚ, ਤੇ ਕੋਈ ਹੁਣ ਹਾਰ ਨਹੀਂ ਮੰਨਦਾ, ਹਾਰਦਾ ਨਹੀਂ ਹੈ। ਲਾਗਤ ਚਪੇਟ ਭਈ ਭਿੜ ਨੇ ਕੀ ਭੇਟ। ਜਦੋਂ ਇਹਨਾਂ ਦਾ ਭੇੜ ਹੋਇਆ, ਚਪੇੜਾ ਇੱਕ ਦੂਜੇ ਨੂੰ ਵੱਜਦੀਆਂ ਹਨ। ਲੱਖ ਸੁਬਟ ਸਹੇਟ ਮਨ ਕਰੇ ਅਭਮਾਨ ਕੋ। ਤੋ ਇਸ ਪ੍ਰਕਾਰ ਆਪਣਾ ਮਾਣ ਕਰਦੇ ਨੇ ਬੜੇ, ਪਰ ਜਿਵੇਂ ਇਕੱਠੇ ਸੂਰਮੇ ਲੜਦੇ ਹਨ। ਲਾਤਨ ਕੋ ਮਾਰੇ ਮੁਖ ਬਚਨ ਉਚਾਰੇ ਨ ਹੈ। ਲੱਤਾਂ ਮਾਰਦੇ ਘਸੁੰਨ ਮੂੰਹ ਤੋਂ ਬੋਲਦੇ ਨੇ ਵੀ ਆਪਾਂ ਗੁਪਤ ਰਹਿਣਾ ਹੈ, ਤੇ ਦੂਸਰਾ ਕ੍ਰਿਚਕ ਵੀ ਨਹੀਂ ਉੱਚੀ ਰੌਲਾ ਕੋਈ ਪਾ ਸਕਦਾ। ਮਰੋ ਰਤ ਹੈ ਪਾਨ ਕੋ। ਇਸ ਪ੍ਰਕਾਰ ਸੋ ਮਾਨੋ ਕਿ ਇੱਕ ਦੇ ਖੂਨ ਪੀਣੇ ਹੋਏ ਹੋਏ ਹਨ। ਦੇਰੀ ਲਰਤ ਹੈ ਮਰੋ ਰਤ ਹੈ ਪਾਨ ਕੋ। ਤੋ ਇਸ ਪ੍ਰਕਾਰ ਲੱਤਾਂ ਮਾਰਦੇ ਘਸੁੰਨ ਮਾਰਦੇ ਇੱਕ ਦੂਸਰੇ ਦੇ ਤਾਈ। ਸਵਈਆ ਜਾਮ ਸੰਗਰਾਮ ਭਇਓ ਜਬ ਹੀ ਪਗ ਸੋ। ਤੋ ਕਹਿੰਦੇ ਜਿਸ ਵੇਲੇ ਇੱਕ ਪਹਿਰ ਤਕਰੀਬਨ ਇਹਨਾਂ ਨੂੰ ਘੁਲਦਿਆਂ ਨੂੰ ਲੜਦਿਆਂ ਨੂੰ ਹੋ ਗਿਆ, ਤੇ ਉਸ ਵੇਲੇ ਪਗ ਸੋ ਅਟਕਾਏ ਕੈ ਭੀਮ ਗਰਾਇਓ। ਤੋ ਭੀਮ ਨੇ ਕੀ ਕੀਤਾ, ਆਪਣੀ ਲੱਤ ਵਿੱਚ ਉਹਦੀ ਲੱਤ ਫਸਾ ਕਰਕੇ ਉਹਨੂੰ ਥੱਲੇ ਸੁੱਟ ਦਿੱਤਾ। ਕਰੀਚਕ ਉੱਪਰ ਤਾਂ ਚੜ ਕੈ। ਤਾਂ ਉਸ ਵੇਲੇ ਭੀਮ ਕਹਿੰਦੇ ਕ੍ਰਿਚਕ ਦੇ ਉੱਪਰ ਚੜ ਗਿਆ। ਬਹੁ ਗੋਡਨ ਮਾਰ ਕੈ ਭੂਮ ਗਿਰਾਇਓ। ਬਹੁਤ ਧਰਤੀ ਤੇ ਗਿਰਾ ਕੇ ਬੜਾ ਗੋਡਾ ਫੇਰਿਆ ਉਸਨੂੰ। ਦਾਉ ਬਚਾਏ ਉਬੈ ਪਗ ਭੀਮ ਨੇ। ਤੋ ਫਿਰ ਜਦੋਂ ਕਿਤੇ ਖੜੇ ਹੋਏ ਨੇ, ਦਾ ਬਚਾ ਕਰਕੇ ਭੀਮ ਨੇ ਇਸ ਪ੍ਰਕਾਰ ਇਦਾਂ ਕੀਤਾ। ਤਾਂ ਛਾਤੀਆਂ ਪਰ ਹਾਰ ਲਗਾਇਓ। ਦੋਵੇਂ ਪੈਰ ਚੁੱਕ ਕਰ ਉਹਦੀ ਛਾਤੀ ਤੇ ਇਸ ਪ੍ਰਕਾਰ ਕਹਿੰਦੇ ਪ੍ਰਹਾਰ ਵਾਰ ਕੀਤਾ ਆਪਣਾ। ਚੋਟ ਲੱਗੇ ਨਾ ਸੰਭਾਰ ਰਹੀ। ਤੋ ਕਹਿੰਦੇ ਜਦੋਂ ਚੋਟ ਲੱਗੀ ਉਸ ਨੂੰ ਸੰਭਾਲ ਨਹੀਂ ਸਕਿਆ ਆਪਣੇ ਆਪ ਨੂੰ। ਗਿਰਗਾ ਜਨ ਪੌਨ ਨੇ ਰੂਖ ਗਿਰਾਇਓ। ਤੋ ਕਹਿੰਦੇ ਇਸ ਤਰ੍ਹਾਂ ਫਿਰ ਡਿੱਗਿਆ ਹੈ ਦੁਬਾਰਾ ਧਰਤੀ, ਜਿਵੇਂ ਕੋਈ ਵੱਡਾ ਦਰਖਤ ਡਿੱਗਦਾ ਹੈ। ਭੀਮ ਚੜਾ ਤੇ ਉੱਪਰ ਕਰੋਧ ਕੈ। ਬੜੇ ਕ੍ਰੋਧ ਨਾਲ ਭੀਮ ਉਹਦੇ ਉੱਤੇ ਚੜ ਗਿਆ। ਫਿਰ ਹਾਥ ਗਹਿਓ ਸੋ ਮੋਰ ਔਰ ਕੈ ਡਾਰਾ। ਤੋ ਕਹਿੰਦੇ ਨੇ ਉਹਦੀ ਬਾਂਹ ਫੜ ਕੇ ਮਰੋੜ ਕੇ ਤੋੜ ਦਿੱਤੀ ਹੈ। ਹੀਨ ਭਇਓ ਬਲ ਦੇਖਤ ਹੈ ਭੁਜ। ਤੋ ਇਸ ਪ੍ਰਕਾਰ ਉਸ ਦਾ ਬਲ ਜਿਹੜਾ ਇਸ ਪ੍ਰਕਾਰ ਦੇਖਿਆ ਵੀ ਹੁਣ ਬਲ ਹਾਰ ਗਿਆ ਹੈ ਕ੍ਰਿਚਕ। ਭੁਜ ਦੂਸਰ ਜੋ ਉਰ ਤੇ ਸੋ ਉਖਾਰਾ। ਤੋ ਮੋਢੇ ਤੋਂ ਹੀ ਕਹਿੰਦੇ ਇਸ ਪ੍ਰਕਾਰ ਸਰੀਰ ਦਾ ਦੂਜੀ ਬਾਂਹ ਵੀ ਤੋੜ ਦਿੱਤੀ ਉਸਦੀ ਇਸ ਤਰ੍ਹਾਂ ਦੇ ਨਾਲ। ਮੂੰਡ ਮਰੋੜ ਲਿਓ ਪੁੰਨ ਤਾਹੇ ਕੋ। ਉਹਦਾ ਕਹਿੰਦੇ ਸਿਰ ਫੜ ਕਰਕੇ ਇਉਂ ਮਰੋੜ ਦਿੱਤਾ ਹੈ। ਦੀਨ ਟਿਕਾਏ ਸੋ ਸਾਤੀ ਮਝਾਰਾ। ਉਹਦੀ ਛਾਤੀ ਦੇ ਵਿੱਚ ਠੋਕ ਦਿੱਤਾ ਹੈ, ਉਹਦਾ ਸਿਰ ਮਰੋੜ ਕਰਕੇ।
ਇਸ ਤਰੀਕੇ ਨਾਲ ਹਾਥ ਦਊ ਪੱਗ ਤੋਰ ਭਈ ਭਲੀ, ਭਲੀ ਬਿੱਦ ਕਹਿੰਦੇ ਸੋਹਣੇ ਤਰੀਕੇ ਨਾਲ ਦੋਵੇਂ ਬਾਹਾਂ ਵੀ ਤੋੜ ਲਈਆਂ ਨੇ, ਦੋਨੋਂ ਲੱਤਾਂ ਵੀ ਤੋੜ ਲਈਆਂ ਉਹਦੀਆਂ। ਪੇਟ ਮੈਂ ਪਾਏ ਕੇ ਨੀਕੇ ਸਵਾਰਾ, ਤੇ ਉਹਦਾ ਪੇਟ ਪਾੜ ਕਰਕੇ ਵਿੱਚੇ ਠੋਕ ਦਿੱਤੀਆਂ ਲੱਤਾਂ ਬਾਹਾਂ ਉਸ ਦੀਆਂ। ਦੋਹਰਾ ਕਾਰ ਕੁਲਾਲ ਕੇ ਚਾਕ ਸਮ, ਘੁਮਿਆਰ ਦੇ ਚੱਕ ਵਰਗਾ ਬਣਾ ਕਰਕੇ ਸਰੀਰ ਉਹਦਾ ਕਰੀਚਕ ਦਾ ਮਾਰ ਕੇ ਉਹਨੂੰ। ਜੋ ਸਤੀਰ ਚਟ ਸਾਰ, ਤੇ ਜਿਹੜਾ ਸਤੀਰ ਉਸ ਪਾਠਸ਼ਾਲਾ ਦੇ ਉੱਪਰ ਪਾਇਆ ਹੋਇਆ ਸੀ ਛੱਤ ਦਾ, ਤਿਹ ਕੋ ਸਿਰੋ ਉਠਾਏ ਕੈ, ਸਿਰ ਦੇ ਨਾਲ ਸਤੀਰ ਨੂੰ ਉੱਚਾ ਚੁੱਕ ਕਰਕੇ ਉਹਦਾ ਸਿਰਾ ਦੀਨਤ ਸਹਾਏ ਮਝਾਰ, ਉਹਦੇ ਥੱਲੇ ਕਹਿੰਦੇ ਉਸ ਦੇ ਤਾਂ ਹੀ ਕਹਿੰਦੇ ਧੱਕ ਦਿੱਤਾ ਹੈ। ਇਸ ਤਰੀਕੇ ਨਾਲ ਇਸ ਨੂੰ ਸੋ ਅਲੋਪ ਕਰ ਦਿੱਤਾ। ਸਵਈਆ ਚਾਰ ਘਰੀ ਜਬ ਰੈਨ ਰਹੀ, 4 ਘੜੀਆਂ ਰਾਤ ਰਹੀ ਜਦੋਂ, ਤਬ ਭੀਮ ਗਇਓ ਆਪਣੇ ਘਰ ਮਾਹੀ, ਤੇ ਭੀਮ ਉਹਦਾ ਫਸਤਾ ਫਾਸ ਕਰਕੇ ਤੇ ਆਪਣੇ ਘਰ ਚਲਾ ਗਿਆ। ਦੇਹ ਭਇਓ ਸ਼ਰਮ ਸੋਏ ਰਹਿਓ, ਤੋ ਹੁਣ ਬੜਾ ਭਾਰੀ ਜੰਗ ਕੀਤਾ ਸੀ, ਜਾ ਕੇ ਥੱਕ ਕੇ ਹਾਰ ਕੇ ਸੌਂ ਗਿਆ ਜਾ ਕੇ। ਔਰ ਬੀਚ ਲਖੀ ਕਿਨਹੂ ਸੁਧ ਨਾਹੀ, ਤੇ ਜਾਣ ਲਿਆ ਵੀ ਕਿਹੜਾ ਕਿਸੇ ਨੂੰ ਹੁਣ ਰਾਤੋਂ ਰਾਤ ਪਤਾ ਲੱਗਾ, ਆਰਾਮ ਨਾਲ ਜਾ ਕੇ ਸੌਂ ਗਿਆ। ਹੋਰ ਭਈ ਸਭ ਲੋਕ ਉੱਠੇ, ਸਵੇਰ ਹੋਈ ਸਾਰੇ ਲੋਕੀ ਉੱਠੇ ਜਦੋਂ, ਪਿਖ ਕ੍ਰੀਚਕ ਪਾਏ ਨ ਧਾਮ ਜਹਾਹੀ, ਤੇ ਉਹ ਕਹਿੰਦੇ ਨੇ ਦੇਖਿਆ ਵੀ ਕ੍ਰੀਚਕ ਆਪਣੇ ਰਹਿائش ਦੇ ਉੱਤੇ ਨਹੀਂ ਹੈ ਘਰ ਵਿੱਚ। ਹੋਏ ਹਿਰਦੇ ਬਿਸਮੈ ਸਭ ਹੀ ਤਬ, ਤਾਂ ਸਾਰੇ ਹੀ ਬੜੇ ਭਾਰੀ ਹੈਰਾਨ ਹੋ ਗਏ ਉਸ ਵੇਲੇ। ਭੋਜਨ ਕੀਨ ਭਲੀ ਬਿਦ ਤਾਹੀ, ਤੋ ਭਲੀ ਪ੍ਰਕਾਰ ਭੋਜਨ ਆਦਿ ਕੀਤਾ ਸਭ ਨੇ। ਖੋਜਨ ਤੋ ਸਭ ਨੇ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਰੋਰ ਪਰਾ ਸਗਰੇ ਪੁਰ ਮੈਂ, ਸਾਰੀ ਪੁਰੀ ਵਿੱਚ ਰੌਲਾ ਪੈ ਗਿਆ ਵੀ ਕ੍ਰੀਚਕ ਜਿਹੜਾ ਉਹ ਪਤਾ ਨਹੀਂ ਕਿੱਥੇ ਗੁਪਤ ਹੋ ਗਿਆ। ਨਹਿ ਕ੍ਰੀਚਕ ਪਾਵਤ ਹੈ ਕਿਹ ਥਾਈ, ਕਿਸੇ ਥਾਂ ਤੇ ਕਹਿੰਦੇ ਲੱਭਦਾ ਨਹੀਂ ਹੈ ਉਹ। ਦੇਖਿਓ ਤਬੇ ਚਟ ਸਾਰ ਮਝਾਰ, ਉਹ ਵੇਖਦਿਆਂ ਆਦਿਕ ਜਦੋਂ ਸਕੂਲ ਵਿੱਚ ਜਾ ਕੇ ਦੇਖਿਆ ਉੱਥੇ, ਕੋਲਾਲ ਕੇ ਚਾਕ ਸਮਾਨ ਬਣਾਈ, ਦੇਖਿਆ ਵੀ ਐਨ ਗੋਲ ਮੋਲ ਕੀਤਾ ਪਿਆ ਉਹ ਘੁਮਿਆਰ ਦੇ ਚੱਕ ਵਰਗਾ ਬਣਾ ਕੇ। ਆਨੰਦ ਦੇਖ ਪਛਾਨਤ ਭੇ, ਤੋ ਜਿਸ ਵੇਲੇ ਉੱਥੋਂ ਕੱਢ ਕੇ ਲਾਸ਼ ਉਹਦੀ ਸਿਰ ਉਹਦਾ ਦੇਖਿਆ ਤੇ ਪਛਾਣ ਲਿਆ। ਸਿਰ ਤੋਰ ਜੋ ਪੇਟ ਕੇ ਮਾਹੇ ਟਕਾਈ, ਜੋ ਸਿਰ ਤੋੜ ਕਰਕੇ ਉਹਦੇ ਢਿੱਡ ਵਿੱਚ ਦਿੱਤਾ ਸੀ ਉਹਨੂੰ ਦੇਖ ਲਿਆ। ਹਾਥ ਨਾ ਪਾਵ ਨਾ ਪਾਵਤ ਹੈ, ਨਾ ਹੱਥ ਨਾ ਪੈਰ ਨਹੀਂ ਲੱਭਦੇ, ਵਿੱਚੇ ਧੱਕੇ ਹੋਏ ਨੇ ਪੇਟ ਦੇ। ਬਿਸਮਾਦ ਭਏ ਸਭ ਜਾਣਿਓ ਨਾ ਜਾਈ, ਸਾਰੇ ਹੈਰਾਨ ਹੋ ਗਏ ਵੀ ਇਹ ਕੀ ਗੱਲ ਹੋਈ, ਇਹਦੇ ਨਾਲ ਕੀ ਬਣਿਆ। ਕੌਨੇ ਹੁਤਿਓ ਜਹ ਹੁਤੋ ਬਲੀ ਅਤ, ਕਿਹੜਾ ਇਹ ਤਾਂ ਬਹੁਤ ਵੱਡਾ ਬਲੀ ਸੀ, ਇਹਨੂੰ ਮਾਰ ਕੇ ਨੇ ਦਿੱਤਾ। ਇਉਂ ਹੈਰਾਨ ਸਨ ਸਾਰੇ। ਅਜੁੱਧ ਕੋ ਛੱਤ ਲਾਗਿਓ ਨਾ ਕੋ, ਕੋਈ ਸ਼ਸਤਰ ਦਾ ਵਾਰ ਤੇ ਲੱਗਾ ਨਹੀਂ ਸਰੀਰ ਦੇ ਉੱਤੇ। ਫੇਰ ਵਿਚਾਰ ਕੀਓ ਸਭ ਨੇ, ਸਾਰਿਆਂ ਨੇ ਫਿਰ ਇਉਂ ਵਿਚਾਰ ਕੀਤਾ। ਕਹੀ ਸਿਆੰਦਰੀ ਬਾਣੀ ਭਈ ਸੱਚ ਸੋਊ, ਕਹਿੰਦੇ ਵੀ ਜਿਹੜੀ ਉਹ ਗੋਲੀ ਕਹਿੰਦੀ ਹੁੰਦੀ ਸੀ ਨਾ ਵੀ ਮੇਰੇ ਗੰਧਰਵ ਰਾਖੇ ਆ, ਕਹਿੰਦੇ ਉਹਦੀ ਗੱਲ ਸੱਚੀ ਹੋ ਗਈ ਲੱਗਦੀ ਐ। ਗੰਧਰਵ ਤਾਂ ਕੇ ਹੁਤੇ ਰਖਵਾਰ, ਕਹਿੰਦੀ ਸੀ 5 ਗੰਧਰਵ ਮੇਰੇ ਰਾਖੇ ਹਨ। ਅਵਗਿਆ ਬਲੋਕੈ ਮਾਰ ਦੇਉ, ਤੋ ਇਸ ਪ੍ਰਕਾਰ ਉਹਦੀ ਅਵਗਿਆ ਦੇਖ ਕਰਕੇ ਉਹਨਾਂ ਨੇ ਮਾਰਿਆ ਉਹ ਗੰਧਰਵਾਂ ਨਹੀਂ, ਬਈ ਸਵਰਗ ਤੋਂ ਕੋਈ ਆਏ ਗੰਧਰਵ ਮਾਰ ਗਏ ਨੂੰ। ਜੋਧ ਲਰੇ ਤਾਂ ਲੱਗੇ ਅੰਗ, ਜੇ ਕੋਈ ਯੋਧਾ ਲੜਿਆ ਹੋਵੇ, ਜੰਗ ਕੀਤਾ ਹੋਵੇ ਤੇ ਸਰੀਰ ਤੇ ਕੋਈ ਜ਼ਖਮ ਲੱਗਿਆ ਹੋਵੇ, ਐਸੇ ਬਣਾਏ ਕਹਿ ਮਿਲ ਸੋਊ, ਆਪੋ ਵਿੱਚ ਮਿਲ ਕਰਕੇ ਇਉਂ ਫਿਰ ਬਣਾ ਕੇ ਗੱਲਾਂ ਕਹਿੰਦੇ ਹਨ। ਦੋਹਰਾ ਭਰਾਤ ਹੁਤੇ ਸਤ ਤਾਹੇ ਕੀ, ਤੋ 100 ਭਰਾ ਸਨ ਕ੍ਰੀਚਕ ਦੇ, ਕਹਿੰਦੇ ਇਸ ਤਰ੍ਹਾਂ ਕਰਹਿ ਬਿਰਲਾਪ ਪੁਕਾਰ, ਉਹ ਸਾਰੇ ਪੁਕਾਰਾਂ ਕਰਦੇ ਬਿਰਲਾਪ ਕਰਦੇ ਰੋਂਦੇ ਹਨ। ਭੂਖਨ ਜੁਤ ਸਿੰਗਾਰ ਖੋਵੈ, ਤੋ ਇਸ ਪ੍ਰਕਾਰ ਸਾਰੇ ਸ਼ਿੰਗਾਰ ਗਹਿਣੇ ਸਮੇਤ ਖਰਾਬ ਕਰਕੇ ਛੱਡ ਕੇ ਪੀਟਤ ਕਰ ਮੁਖ ਨਾਰ, ਇਹਨਾਂ ਸਾਰਿਆਂ ਦੀਆਂ ਨਾਰਾਂ ਜਿਹੜੀਆਂ ਇਸ ਪ੍ਰਕਾਰ ਰੋਂਦੀਆਂ ਹਨ, ਇਹੋ ਜਿਹਾ ਇਹਨਾਂ ਦਾ ਹਾਲ ਬਣਿਆ ਹੈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੋ ਇਸ ਪ੍ਰਕਾਰ ਸੋ ਇਹਨਾਂ ਦਾ ਜਿਹੜਾ ਪ੍ਰਸੰਗ ਹੈ ਤੋ ਉਸ ਦਾ ਇੱਥੇ ਬਾਣੀ ਵਿੱਚ ਮਹਾਰਾਜ ਨੇ ਇਹਨਾਂ ਦਾ ਪ੍ਰਮਾਣ ਦਿੱਤਾ, ਤੇ ਕਵੀ ਜੀ ਉਸ ਨੂੰ ਇਸ ਪ੍ਰਕਾਰ ਜਿਹੜਾ ਹੈ ਪ੍ਰਸੰਗ ਨੂੰ ਸੁਣਾ ਰਹੇ ਨੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰ ਕਰਨ, ਬਖਸ਼ਿਸ਼ ਕਰਨ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਗੁਰਬਾਣੀ ਤੇ ਸਾਡਾ ਭਰੋਸਾ ਹੋਵੇ। ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਗੁਰੂ ਉਪਦੇਸ਼ ਹਿਰਦੇ ਧਾਰ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹੱਥ ਵਿਆਪੇ ਮੇਲੇ ਦੇ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ, ਯਹੋਵਾ ਸਾਹਿਬ ਸਿਓ ਮੇਲ ਦੀ ਦਾਤ ਪ੍ਰਾਪਤ ਹੋਵੇ। ਰਾਤ ਹੁਤੇ ਸਤ ਤਾਹੇ ਕੀ, ਕਰਹਿ ਬਿਰਲਾਪ ਪੁਕਾਰ, ਭੂਖਨ ਜੁਤ ਸੰਗਾਰ ਖੋਵੈ, ਪੀਟਤ ਕਰ ਮੁਖ ਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।